ਪਹਿਲੀ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਹੋਈ ਹੈ ਜੀ। ਪਹਿਲੀ ਵਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਪੈਣਾ। ਪੰਜਾਬ ਇਸ ਵੇਲੇ ਇਸ ਸਥਿਤੀ ਦੇ ਵਿੱਚ ਆ ਵੀ ਇੱਥੇ ਤੰਦ ਨਹੀਂ, ਇੱਥੇ ਤਾਣੀ ਉਲਝੀ ਹੋਈ ਹੈ। ਜਦੋਂ ਪੂਰੀ ਤਾਣੀ ਉਲਝੀ ਹੋਵੇ ਉਹਦੇ ਲਈ ਸਮਾਂ ਦੇਣਾ ਬਣਦਾ। ਬਹੁਤ ਸਾਰੇ ਲੋਕ ਇਹ ਗੱਲ ਸੋਚਦੇ ਵੀ ਸ਼ਾਇਦ ਅਗਲੇ ਹਫ਼ਤੇ ਤੋਂ ਕੋਈ ਚਮਤਕਾਰ ਹੋਣਾ ਸ਼ੁਰੂ ਹੋ ਜਾਣਾ। ਮੈਂ ਇਸ ਗੱਲ ਦੀ ਆਸ ਨਹੀਂ ਕਰਦਾ। ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ 6 ਮਹੀਨੇ ਦਾ ਵਕਤ ਦੇ ਕੇ ਉਹਦੇ ਬਾਰੇ ਨੈਗੇਟਿਵ ਜਾਂ ਪੋਜ਼ੀਟਿਵ ਗੱਲ ਕਰਨੀ ਚਾਹੀਦੀ ਹੈ। ਜੇ ਆਪਾਂ ਇਹ ਗੱਲ ਕਹਿ ਦਈਏ ਪੈਂਦੀ ਸੱਟੇ ਉਹਨਾਂ ਨੇ ਕਮਾਲਾਂ ਕਰ ਦੇਣੀਆਂ, ਇੱਦਾਂ ਸੰਭਵ ਨਹੀਂ, ਇੱਦਾਂ ਅਸੰਭਵ ਆ। ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਆਮ ਆਦਮੀ ਪਾਰਟੀ ਵਿੱਚ ਜਿੱਤੇ ਆ ਜਿਹੜੇ ਕਿ ਹੁਣ ਤੱਕ ਰਾਜਨੀਤੀ ਤੋਂ ਪਰੇ ਰਹੇ ਆ। ਉਹਨਾਂ ਨੂੰ ਰਾਜਨੀਤੀ ਦਾ ਤਜਰਬਾ ਸਿੱਖਣਾ ਪਊਗਾ। ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣੇ ਹਲਕੇ ਦੀਆਂ ਮੁਸ਼ਕਲਾਂ ਦੇ ਬਾਰੇ ਜਾਣ ਕੇ ਉਹਨਾਂ ਦਾ ਨਿਵਾਰਨ ਕਿਵੇਂ ਕਰਨਾ, ਹੱਲ ਕਿਵੇਂ ਕਰਨਾ, ਉਹਦੇ ਲਈ ਵਕਤ ਦੇਣਾ ਪਊਗਾ। ਉਹ ਡੀਪਲੀ ਗੰਭੀਰਤਾ ਦੇ ਨਾਲ ਵਿੱਚ ਜਾਣਗੇ, ਸਮਝਣਗੇ ਤੇ ਮਸਲਿਆਂ ਦਾ ਹੱਲ ਕਰਨਗੇ। ਪਰ ਉੱਦਾਂ ਮੈਨੂੰ ਇਸ ਗੱਲ ਦੀ ਆਸ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਲਈ ਚੰਗਾ ਕੰਮ ਕਰੂਗੀ। ਉਹ ਆਸ ਦਾ ਕਾਰਨ ਇਹ ਹੈ ਵੀ ਅਗਲੇ ਸਾਲ ਗੁਜਰਾਤ ਦੇ ਵਿੱਚ ਤੇ ਕਈ ਹੋਰ ਥਾਵਾਂ ਤੇ ਚੋਣਾਂ ਹੋਣੀਆਂ। ਜੇਕਰ ਹੁਣ ਤੱਕ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਰਹੀ ਹੈ ਕਿ ਦਿੱਲੀ ਵਾਲਾ ਮਾਡਲ ਅਸੀਂ ਪੰਜਾਬ 'ਚ ਲਾਗੂ ਕਰਾਂਗੇ, ਮਤਲਬ ਇਹ ਆ ਵੀ ਦਿੱਲੀ ਦਾ ਉਦਾਹਰਨ ਦੇ ਕੇ, ਦਿੱਲੀ ਦੀ ਐਗਜ਼ਾਮਪਲ ਦੇ ਕੇ ਪੰਜਾਬ ਦੇ ਵਿੱਚ ਅਸੀਂ ਜਿੱਤ ਹਾਸਲ ਕੀਤੀ ਆ, ਤਾਂ ਪੰਜਾਬ ਦੇ ਵਿੱਚ ਵੀ ਸਾਨੂੰ ਕੰਮ ਕਰਕੇ ਦਿਖਾਉਣਾ ਪਊਗਾ। ਕੰਮ ਕਰਨ ਤੋਂ ਬਾਅਦ ਅਸੀਂ ਲੋਕਾਂ ਨੂੰ ਇਹ ਗੱਲ ਕਹਿਣ ਜੋਗੇ ਹੋਵਾਂਗੇ, ਗੁਜਰਾਤੀਆਂ ਨੂੰ, ਕਿ ਤੁਸੀਂ ਭਾਈ ਪੰਜਾਬ ਦੇ ਵਿੱਚ ਜਾ ਕੇ ਦੇਖ ਲਓ, ਅਸੀਂ ਸਿੱਖਿਆ ਦੇ ਮਾਮਲੇ 'ਚ, ਅਸੀਂ ਸਿਹਤ ਦੇ ਮਾਮਲੇ 'ਚ, ਅਸੀਂ ਫਲਾਣੇ ਖੇਤਰਾਂ ਦੇ ਵਿੱਚ ਇਹੋ ਜਿਹੇ ਚਮਤਕਾਰੀ ਕੰਮ ਕੀਤੇ ਆ। ਭਗਵੰਤ ਮਾਨ ਹੋਰੀ ਅੱਜ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਜਾ ਕੇ ਮਿਲੇ ਆ। ਉਹਨਾਂ ਨੇ ਸਤਿਕਾਰ ਦਿੱਤਾ, ਪੈਰੀ ਹੱਥ ਲਾ ਕੇ, ਜੱਫੀ ਪਾ ਕੇ ਇਹ ਗੱਲ ਕਹੀ ਆ ਕਿ 16 ਤਰੀਕ ਨੂੰ ਮੇਰੇ ਸਹੁੰ ਚੁੱਕ ਸਮਾਗਮ ਦੇ ਮੌਕੇ ਤੁਸੀਂ ਵੀ ਖਟਕੜ ਕਲਾਂ ਦੇ ਵਿੱਚ ਆਇਓ। ਮੈਨੂੰ ਜ਼ਾਤੀ ਤੌਰ ਦੇ ਉੱਤੇ ਗੱਲ ਚੰਗੀ ਲੱਗੀ ਹੈ ਕਿ ਖਟਕੜ ਕਲਾਂ ਦੇ ਵਿੱਚ ਉਹਨਾਂ ਨੇ ਸਹੁੰ ਚੁੱਕਣੀ ਆ। ਉਹਨਾਂ ਨੇ ਸ਼ਹੀਦਾਂ ਦੀ ਧਰਤੀ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਅਹਿਦ ਕਰਨਾ, ਇੱਕ ਪ੍ਰਣ ਕਰਨਾ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰੂੰਗਾ। ਕਿੰਨੇ ਫੀਸਦੀ ਮਸਲੇ ਹੱਲ ਹੁੰਦੇ ਆ ਇਹ ਸਮੇਂ ਨੇ ਬਿਆਨ ਕਰਨਾ, ਪਰ ਗੱਲ ਇਹ ਹੈ ਕਿ ਇੱਕ ਵੱਖਰਤਾ ਦੀ ਗੱਲ ਉਹਨਾਂ ਨੇ ਜ਼ਰੂਰ ਕੀਤੀ ਆ, ਅੱਡਰੀ ਗੱਲ ਕੀਤੀ ਹੈ। ਨਾਲ ਜਿਹੜੀ ਉਹਨਾਂ ਨੇ ਕੱਲ ਪੈਂਦੀ ਸੱਟੇ ਗੱਲ ਕਹਿਤੀ ਹੈ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਨਾ ਤਾਂ ਮੇਰੀ ਫੋਟੋ ਲੱਗੂ, ਨਾ ਕਿਸੇ ਹੋਰ ਨੇਤਾ ਦੀ ਲੱਗੂਗੀ, ਉੱਥੇ ਸ਼ਹੀਦ ਭਗਤ ਸਿੰਘ ਤੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ ਲੱਗਿਆ ਕਰੂਗੀ। ਇਹ ਸਾਡੇ ਅਸਲ ਨਾਇਕ ਨੇ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦਾ ਰਾਹ ਦਿਖਾਇਆ, ਜਿਨ੍ਹਾਂ ਨੇ ਸਾਨੂੰ ਸੰਘਰਸ਼ ਕਰਨਾ ਸਿਖਾਇਆ। ਮੇਰਾ ਖਿਆਲ ਹੈ ਵੀ ਇਹ ਚੰਗੀ ਪਿਰਤਾ ਪੈਂਦੀ ਸੱਟੇ। ਟਾਣਾ ਸਾਹਿਬ, ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਵਾਇਰਲ ਹੋ ਰਿਹਾ ਹੈ। ਆਮ ਆਦਮੀ ਪਾਰਟੀ ਨੂੰ ਲੈ ਕੇ ਗੱਲਾਂ ਨਿਕਲਣ ਲੱਗ ਪਈਆਂ ਕਿ ਭਾਈ ਇਹ ਫਲਾਣੇ ਤਰ੍ਹਾਂ ਕੰਮ ਕਰਨਗੇ, ਇਹਨਾਂ ਦੇ ਉੱਪਰ ਦੋਸ਼ ਲੱਗਣਗੇ। ਪਰ ਇੱਕ ਗੱਲ ਹੋਰ ਨਾਲ ਨਿਕਲਦੀ ਪਈ ਹੈ, ਉਹਨਾਂ ਨੇ ਕੁਝ ਲਿਸਟਾਂ ਝੂਠੀਆਂ ਜਾਰੀ ਕਰ ਦਿੱਤੀਆਂ ਕਿ ਆਮ ਆਦਮੀ ਪਾਰਟੀ ਆਹ ਲੀਡਰਾਂ ਨੂੰ ਅੱਜ ਚੁਣ ਰਹੀ ਹੈ, ਇਹਨਾਂ ਨੂੰ ਆਹ ਅਹੁਦਾ ਦਿੱਤੇ ਜਾਏਗਾ। ਉਹਦੇ ਬਾਰੇ ਕੀ ਕਹਿਣਾ? ਬਿਨਾਂ ਪਾਣੀ ਤੋਂ ਜਰਾਬਾਂ ਲਾਉਣ ਵਾਲੇ ਲੋਕਾਂ ਦਾ ਬੜਾ ਵਧੀਆ ਹਾਲ ਨਹੀਂ ਹੁੰਦਾ ਜੀ। ਐਵੇਂ ਹੀ ਹੁਣ ਮੇਰੇ ਵਰਗਾ ਕਹਿ ਦੇਵੇ ਬੈਠਾ ਵੀ ਭਾਈ ਮੇਰਾ ਖਿਆਲ ਆ ਕਿ ਕੁਲਤਾਰ ਸਿੰਘ ਸੰਧਵਾ ਨੂੰ ਆਹ ਮਹਿਕਮਾ ਮਿਲਣਾ, ਕੁਲਤਾਰ ਸਿੰਘ ਸੰਧਵਾ ਨੂੰ ਮਹਿਕਮਾ ਮਿਲਣ ਦੀ ਪੂਰੀ ਸੰਭਾਵਨਾ, ਹਰਪਾਲ ਸਿੰਘ ਚੀਮਾ ਨੂੰ ਮਹਿਕਮਾ ਮਿਲਣ ਦੀ ਪੂਰੀ ਸੰਭਾਵਨਾ, ਕੁੰਵਰ ਵਿਜੇ ਪ੍ਰਤਾਪ ਨੂੰ ਮਹਿਕਮਾ ਮਿਲਣ ਦੀ ਮੈਨੂੰ ਆਸ ਹੈਗੀ ਆ, ਬੀਬੀ ਬਲਜਿੰਦਰ ਕੌਰ ਨੂੰ ਮਹਿਕਮਾ ਮਿਲਣ ਦੀ ਸੰਭਾਵਨਾ ਹੈਗੀ ਆ, ਮਨਜੀਤ ਸਿੰਘ ਬਲਾਸਪੁਰੀ ਨੂੰ ਮਹਿਕਮਾ ਮਿਲਣ ਦੀ ਸੰਭਾਵਨਾ, ਅਮਨ ਅਰੋੜਾ ਨੂੰ ਮਹਿਕਮਾ ਮਿਲਣ ਦੀ ਸੰਭਾਵਨਾ, ਜੈ ਕਿਸ਼ਨ ਰੋੜੀ ਹੋਰਾਂ ਦੀ ਵੀ ਸੰਭਾਵਨਾ ਹੈਗੀ ਆ। ਮੈਨੂੰ ਨਿੱਜੀ ਤੌਰ ਤੇ ਲੱਗਦਾ, ਇਹ ਮੈਨੂੰ ਤਾਂ ਲੱਗਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਇਹ ਸਾਰੇ ਵਿਧਾਇਕ ਦੂਜੀ ਵਾਰ ਬਣੇ ਆ, ਬਿਲਕੁਲ ਪਹਿਲੀ ਵਾਰ ਨਹੀਂ। ਜਿਹੜੇ ਪਹਿਲੀ ਵਾਰ ਆ ਉਹਨਾਂ ਦੇ ਵਿੱਚੋਂ ਸ਼ਾਇਦ ਕੁਲਵੰਤ ਸਿੰਘ ਜਿਹੜੇ ਕਿ ਮੋਹਾਲੀ ਤੋਂ ਜਿੱਤੇ ਆ, ਉਹਨਾਂ ਨੂੰ ਮੌਕਾ ਮਿਲ ਜੇ, ਏਕੜ ਦੁੱਕੜ ਨੂੰ ਹੋਰਨਾਂ ਨੂੰ ਵੀ ਮੌਕਾ ਮਿਲੂਗਾ। ਪਰ ਜਿਹੜੇ ਇਹ ਜਾਰੀ ਹੋਈਆਂ ਨਾ ਸੂਚੀਆਂ ਕਿ ਜੀ ਫਲਾਣੀ ਸ਼ਖਸੀਅਤ ਨੂੰ ਫਲਾਣਾ ਵਿਭਾਗ ਮਿਲ ਜਾਣਾ, ਫਲਾਣੀ ਨੂੰ ਫਲਾਣਾ ਵਿਭਾਗ ਮਿਲ ਚੁੱਕਿਆ। ਮੇਰੇ ਕੋਲੇ 2-3 ਸੂਚੀਆਂ ਹੁਣ ਤੱਕ ਵੱਖ-ਵੱਖ ਲੋਕਾਂ ਨੇ ਭੇਜੀਆਂ, ਉਹਦੇ 'ਚ ਦੱਸਿਆ ਹੋਇਆ ਕਿ ਹਰਪਾਲ ਸਿੰਘ ਚੀਮਾ ਨੂੰ ਫਲਾਣਾ ਮਹਿਕਮਾ ਦਿੱਤਾ, ਬੀਬੀ ਬਲਜਿੰਦਰ ਕੌਰ ਨੂੰ ਫਲਾਣਾ ਮਹਿਕਮਾ ਮਿਲ ਗਿਆ, ਕੁਲਵੰਤ ਸਿੰਘ ਨੂੰ ਆਹ ਮਹਿਕਮਾ ਮਿਲ ਗਿਆ। ਪਰ ਇਹ ਸਾਰੀਆਂ ਹਾਲੇ ਤੱਕ ਝੂਠੀਆਂ ਜਾਣਕਾਰੀਆਂ, ਇਹਨਾਂ ਜਾਣਕਾਰੀਆਂ ਦੇ ਵਿੱਚ ਕੋਈ ਵੀ ਸੱਚ ਨਹੀਂ ਹੈਗਾ। ਸੋ ਬੇਨਤੀ ਹੈ ਸਾਡੇ ਸੂਝਵਾਨ ਦਰਸ਼ਕਾਂ ਨੂੰ, ਭੈਣਾਂ ਵੀਰਾਂ ਨੂੰ, ਵੀ ਇਹ ਜਦੋਂ ਤੁਹਾਡੇ ਕੋਲੇ ਝੂਠੀਆਂ ਜਾਣਕਾਰੀਆਂ ਆਉਂਦੀਆਂ, ਇਹ ਅੱਗੇ ਨਾ ਪਹੁੰਚਣੀਆਂ ਕੀਤੀਆਂ ਜਾਣ, ਇਹਨਾਂ ਨੂੰ ਉੱਥੇ ਠੱਪ ਕਰ ਦਿੱਤਾ ਜਾਵੇ। ਇਹ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਰਹੀਆਂ। ਉਹਦਾ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਮੂਹਰੇ ਜਿਹੜੀ ਚੁਣੌਤੀ ਆਉਣੀ ਆ ਉਹਦੇ ਸਮੇਂ, ਕਿਉਂਕਿ ਪੰਜਾਬ ਦੇ ਸਿਰ ਰਣਜੀਤ ਜੀ 3 ਲੱਖ ਕਰੋੜ ਰੁਪਏ ਦਾ ਕਰਜ਼ਾ, ਇਸ ਤੋਂ ਵੀ ਵੱਧ। ਪੰਜਾਬ ਦੇ ਇਸ ਵੇਲੇ ਨਵੇਂ ਜੰਮਦੇ ਬੱਚੇ ਦੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਟਿੱਕੀ ਹੁੰਦੀ ਹੈ। ਇਸ ਹਾਲਾਤ ਦੇ ਵਿੱਚ ਪੰਜਾਬ ਨੂੰ ਕਰਜ਼ੇ ਦੇ ਵਿੱਚੋਂ ਬਾਹਰ ਕਿਵੇਂ ਕੱਢਣਾ? ਪੰਜਾਬ ਦੀ ਅਫਸਰਸ਼ਾਹੀ ਦੇ ਵਿੱਚ ਜੋ ਕੁਝ ਚੱਲਦਾ ਸਿਸਟਮ ਦੇ ਵਿੱਚ ਜਿਵੇਂ ਉਹ ਧਸੇ ਹੋਏ ਆ, ਉਹਨੂੰ ਕਿਵੇਂ ਬਾਹਰ ਕੱਢਣਾ? ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਮੈਨੂੰ ਲੱਗਦਾ ਵੀ ਇਸ ਚੁਣੌਤੀ ਨੂੰ ਪਾਰ ਆਪਣੇ ਤਰੀਕੇ ਨਾਲ, ਅੱਡਰੇ ਤਰੀਕੇ ਦੇ ਨਾਲ ਕਰਨਾ ਪੈਣਾ। ਜੇ ਆਪਾਂ ਇਹ ਗੱਲ ਕਹੀਏ ਵੀ ਭਾਈ ਕੋਈ ਨਹੀਂ ਹੋ ਜਾਊਗਾ, ਸਾਰਾ ਕੁਝ ਹੋ ਜਾਣਾ, ਆਪੇ ਹੀ ਹੋ ਜਾਣਾ, ਤੇ ਫਿਰ ਆਪੇ ਹੋਣ ਵਾਲੀ ਗੱਲ ਇਹ ਹੈ ਨਹੀਂ। ਕਿਉਂਕਿ ਹੁਣ ਤੱਕ ਅਸੀਂ ਜੋ ਕੁਝ ਦੇਖਿਆ, ਜੋ ਕੁਝ ਮਹਿਸੂਸ ਕੀਤਾ, ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ। ਮੇਰਾ ਇੱਕ ਜਾਣਕਾਰ ਇਹ ਦੱਸਦਾ ਜੀ ਕਿ ਕਹਿੰਦਾ ਵੀ ਸਾਡਾ ਨਾ ਕੋਈ ਚੱਕਰ ਪੈ ਗਿਆ ਕਿਸੇ ਦੇ ਨਾਲ, ਕੋਈ ਲੜਾਈ ਝਗੜਾ ਹੋ ਗਿਆ ਜਾਂ ਪਤਾ ਨਹੀਂ ਕੀ ਗੱਲ ਹੋਈ ਹੋਊਗੀ। ਉਹ ਕਹਿੰਦੇ ਅਸੀਂ ਗਏ ਥਾਣੇ, ਤੇ ਥਾਣੇ ਦੇ ਵਿੱਚ ਇੱਕ ਸੀਨੀਅਰ ਅਧਿਕਾਰੀ, ਉਹ ਕਹਿੰਦਾ ਜੀ ਰੁਪਈਆ ਲੱਗੂਗਾ 50,000। ਉਹ ਕਹਿੰਦਾ ਵੀ ਸਾਡੇ ਮਨ ਤੇ ਸੱਟ ਵੱਜੀ ਵੀ ਯਾਰ, ਇੱਕ ਤਾਂ ਸਾਡੇ ਉੱਤੇ
ਝੂਠੇ ਦੋਸ਼ ਲੱਗੇ ਆ, ਉੱਤੋਂ 50,000 ਰੁਪਇਆ। ਕਹਿੰਦੇ ਅਸੀਂ ਚਲੇ ਗਏ ਇੱਕ MLA ਦੇ ਕੋਲੇ, MLA ਤੋਂ ਫੋਨ ਕਰਵਾਤਾ, ਜਦੋਂ ਦੁਬਾਰਾ ਗਏ ਉਹ ਕਹਿੰਦੇ ਰੁਪਈਆ ਲੱਗੂਗਾ 1.25 ਲੱਖ। ਉਹ ਕਹਿੰਦੇ ਕਿਉਂ? ਕਹਿੰਦੇ 75 ਜਨਾਬ ਨੂੰ ਵੀ ਜਾਣਾ ਜੀ। ਮਤਲਬ ਇਸ ਸਿਸਟਮ ਦੇ ਵਿੱਚੋਂ ਪੰਜਾਬ ਨੂੰ ਬਾਹਰ ਕਿਵੇਂ ਕੱਢਣਾ, ਇਹਦੇ ਲਈ ਆਮ ਆਦਮੀ ਪਾਰਟੀ ਨੂੰ ਮਿਹਨਤ ਵੀ ਕਰਨੀ ਪਊਗੀ। ਨਹੀਂ, ਭਗਵੰਤ ਮਾਨ ਹੋਰਾਂ ਨੇ ਇਹ ਗੱਲ ਮੰਨੀ ਹੈ ਕਿ ਕੁਛ ਨਾ ਕੁਛ ਆਪਾਂ ਜ਼ਰੂਰ ਕਰਾਂਗੇ। ਟੈਣਾ ਸਾਹਿਬ ਟੋਇਆ ਨਾਲ ਕਿੰਨਾ ਗਵਾਹ ਪਿਆ? ਬਥੇਰਾ ਪਿਆ, ਸੜਕਾਂ ਤੇ ਟੋਈ ਆ, ਟੋਇਆਂ ਦੇ ਵਿੱਚੋਂ ਸੜਕ ਲੱਭਣੀ ਪੈਂਦੀ ਆ ਜੀ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਦੇਖਿਆ, ਉਹ ਕਹਿੰਦੇ ਜਿੰਨੇ ਮੇਰੇ ਟੋਏ ਪੁੱਟੇ ਸੀ ਆਪੀ ਵਿੱਚ ਡਿੱਪੇ ਆ। ਦੇਖੋ ਗੱਲ ਇਹ ਆ ਕਿ ਇਸ ਵੇਲੇ ਨਾ ਪੰਜਾਬ ਦੇ ਵੱਡੇ ਵੱਡੇ ਥੰਮ ਆ ਜਿਹੜੇ, ਉਹ ਮਨ ਨੂੰ ਧਰਵਾਸ ਦੇਣ ਦੇ ਲਈ ਕਈ ਨਵੀਆਂ ਗੱਲਾਂ ਕਰਦੇ ਆ ਜੀ। ਅੱਜ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰਕਾਰ ਸਵਾਲ ਕਰਨ ਵੀ ਤੁਸੀਂ ਹਾਰ ਗਏ, ਤੁਹਾਡੇ ਨਾਲ ਭੈੜੀ ਹੋਈ, ਉਹ ਮਨ ਨੂੰ ਧਰਵਾਸ ਦੇਣ ਲਈ ਕਹਿਣ ਕਿ ਸਿੱਧੂ ਕਿਹੜਾ ਜਿੱਤ ਗਿਆ। ਸਿੱਧੂ ਨੂੰ ਸਵਾਲ ਕਰਾਂਗੇ ਉਹਨਾਂ ਕਹਿਣਾ ਅੱਛਾ ਮੈਨੂੰ ਕਹਿੰਦੇ ਆ ਮਜੀਠੀਆ ਕਿਹੜਾ ਜਿੱਤ ਗਿਆ। ਮਜੀਠੀਆ ਨੂੰ ਸਵਾਲ ਕਰਾਂਗੇ ਉਹ ਚੰਨੀ ਦੋਵਾਂ ਥਾਵਾਂ ਤੋਂ ਹਾਰਿਆ, ਲੈ ਲਿਆ ਸਵਾਦ, ਉਹ ਕਿਹੜਾ ਜਿੱਤਿਆ। ਚੰਨੀ ਸਾਹਿਬ ਨੂੰ ਸਵਾਲ ਕਰਾਂਗੇ ਉਹ ਕਹਿੰਦਾ ਅੱਛਾ ਬੀਬੀ ਜਗੀਰ ਕੌਰ ਜਿੱਤ ਗਈ। ਉਹਨਾਂ ਨੂੰ ਪੁੱਛਾਂਗੇ ਉਹਨਾਂ ਨੇ ਕਿਸੇ ਹੋਰ ਦਾ ਨਾਂ ਲੈ ਲੈਣਾ। ਸੋ ਕਹਿਣ ਦਾ ਭਾਵ ਇਹ ਆ ਕਿ ਵੱਡੇ ਵੱਡੇ ਥੰਮ ਐਤਕੀ ਇਸ ਕਦਰ ਲੁੜਕੇ ਆ ਵੀ ਹੁਣ ਜੋ ਮਰਜ਼ੀ ਕਹੀ ਜਾਵੇ। ਕਾਂਗਰਸ ਦੇ ਵਿੱਚ ਚੋਣਾਂ ਤੋਂ ਪਹਿਲਾਂ ਵੀ ਕਲੇਸ਼ ਸੀ, ਅੱਜ ਵੀ ਕਲੇਸ਼ ਆ। ਹੁਣ ਕਲੇਸ਼ ਇਸ ਗੱਲ ਦਾ ਵੱਧ ਰਿਹਾ ਪੰਜਾਬ ਦੇ ਵਿੱਚ ਕਿ ਹਰਾਇਆ ਕਿਹਨੇ ਆ? ਹਰਾਇਆ ਮਾੜੀਆਂ ਨੀਤਾਂ ਨੇ ਆ, ਬਿਲਕੁਲ ਹਰਾਇਆ ਭ੍ਰਿਸ਼ਟਾਚਾਰ ਨੇ ਆ, ਹਰਾਇਆ ਹੁਣ ਤੱਕ ਲੰਮੀਆਂ ਤਾਣ ਕੇ ਕੁੰਭਕਰਨੀ ਨੀਂਦ ਤੋਂ ਜੋ ਸੁੱਤੇ ਪਏ ਸੀ ਉਹਨੇ ਆ। ਕਿਉਂਕਿ 4.5 ਸਾਲ ਦਾ ਤਾਂ ਆਪਾਂ ਇਹ ਗੱਲ ਕਹਿੰਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਕੁਝ ਨਹੀਂ, ਬਿਲਕੁਲ ਗੱਲ ਸਹੀ ਵੀ ਆ, ਪਰ ਕਿੰਨੇ ਕੁ ਮੰਤਰੀ ਉਹਨਾਂ ਦੀ ਕੈਬਨਿਟ ਦੇ ਵਿੱਚ ਇਹੋ ਸੀ, ਕਿੰਨੇ ਕੁ ਇਹੋ ਜਿਹੇ ਪੰਜਾਬ ਦੇ ਵਿਧਾਇਕ ਸੀ ਕਾਂਗਰਸ ਦੇ ਜਿਨ੍ਹਾਂ ਨੇ ਇਹ ਗੱਲ ਕਹੀ ਹੋਵੇ ਵੀ ਕੈਪਟਨ ਸਾਹਿਬ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ, ਅਸੀਂ ਇਕੱਠੇ ਹੋ ਕੇ ਬਗਾਵਤ ਕਰਦੇ ਆ। 4.5 ਸਾਲ ਉਡੀਕੀ ਗਏ ਵੀ ਭਾਈ ਕੋਈ ਨਹੀਂ, ਚੋਣਾਂ ਜਦੋਂ 6 ਮਹੀਨੇ ਰਹਿ ਗਏ ਨਾ ਫਿਰ ਹਿਲਜੁਲ ਕਰਦੇ ਆ। ਬਰਾਬਰ ਦੇ ਜ਼ਿੰਮੇਵਾਰ ਸਾਰੇ ਹੀ ਆ, ਇਹ ਨਹੀਂ ਕਹਿੰਦੇ ਵੀ ਭਾਈ ਇੱਕ ਜਾਣਾ ਜਾਂ ਦੋ ਜਾਣਾ, ਸਾਰਿਆਂ ਨੇ ਬਣਦੀ ਸਰਦੀ ਭੂਮਿਕਾ ਚੁੱਪ ਰਹਿਣ ਦੇ ਵਿੱਚ ਵੀ ਪਾਈ ਆ। ਸੋ ਅੱਜ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਆ ਜਿਹਨੇ ਮੇਰੇ ਮੂਹਰੇ ਟੋਏ ਪੱਟੇ ਉਹ ਆਪ ਕਿੰਨੇ ਗੁਣਾ ਡਿੱਗੇ ਵਿੱਚ। ਇਹ ਗੱਲ ਸੱਚੀ ਹੈ ਵੀ ਭਾਈ ਬਾਦਲ ਪਰਿਵਾਰ ਦੇ ਸਾਰੇ ਮੈਂਬਰ ਹਾਰ ਗਏ, ਪਰ ਇਹ ਵੀ ਗੱਲ ਸੱਚੀ ਹੈ ਸਿੱਧੂ ਸਾਹਿਬ ਜਿਹੜੇ ਕਹਿੰਦੇ ਸੀ ਵੀ ਠੋਕੋ, ਉਹ ਆਪ ਵੀ ਠੁਕੇ ਆ। ਸੋ ਉਹਨਾਂ ਨੂੰ ਇਹ ਵੀ ਗੱਲ ਸੋਚਣੀ ਚਾਹੀਦੀ ਹੈ ਵੀ ਭਾਈ ਤੁਹਾਡੇ ਵਿੱਚ ਕਿਹੜੀਆਂ ਕਮੀਆਂ ਪੇਸ਼ੀਆਂ। ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਨਾ ਪਊਗਾ ਕਿ ਉਹ ਭੋਗਾਂ ਵਾਲੀ ਰਾਜਨੀਤੀ ਹੁਣ ਲੋਕ ਐਕਸੈਪਟ ਨਹੀਂ ਕਰਦੇ। ਵਿਆਹ ਦੇ ਉੱਤੇ ਸ਼ਗਨ ਫੜਾ ਕੇ ਆਉਣ ਵਾਲੀ ਰਾਜਨੀਤੀ ਐਕਸੈਪਟ ਨਹੀਂ ਕਰਦੇ। ਥਾਣੇ ਦੇ ਵਿੱਚ ਇਕੱਲਾ ਫੋਨ ਕਰਨਾ ਐਕਸੈਪਟ ਨਹੀਂ ਕਰਦੇ। ਤੁਸੀਂ ਘਰੇ ਲੰਮੀਆਂ ਤਾਣ ਕੇ ਸੌਂਦੇ ਹੋ, ਇਹ ਗੱਲ ਐਕਸੈਪਟ ਨਹੀਂ ਕਰਦੇ। ਲੋਕਾਂ ਦੇ ਵਿੱਚ ਉਵੇਂ ਹੀ ਵਿਚਰਨਾ ਪਊਗਾ ਜਿਵੇਂ ਚੋਣਾਂ ਤੋਂ 20 ਦਿਨ ਪਹਿਲਾਂ ਵਿਚਰਨਾ ਸ਼ੁਰੂ ਕਰਦੇ ਹੋ। ਲੋਕਾਂ ਵਰਗੇ ਬਣ ਕੇ ਰਹਿਣਾ ਪਊਗਾ। ਇਹ ਲਾ ਕੇ ਕਾਲੇ ਰੰਗ ਦੀਆਂ ਐਨਕਾਂ ਤੇ ਇੱਥੋਂ ਤੱਕ ਚੜਾ ਕੇ ਬਾਹਾਂ ਦਗੜ 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 ਕਰਦੇ ਜਾਂਦੇ ਆ। ਇਹ ਗੱਲ ਨੂੰ ਲੋਕ ਆਉਂਦੇ ਸਮੇਂ 'ਚ ਪਸੰਦ ਨਹੀਂ ਕਰਨਗੇ। ਟੈਣਾ ਸਾਹਿਬ ਮਾੜੇ ਮੈਂ ਦਰਸ਼ਕਾਂ ਕੋਲ ਗੱਲ ਪੁੱਛ ਲਵਾਂ, ਉਹ ਇਹ ਹੈ ਕਿ ਟੋਏ ਵਾਲੀ ਗੱਲ ਕੀਤੀ ਆਪਾਂ ਇਹਨਾਂ ਕੋਲ ਪੁੱਛ ਲੈਂਦੇ ਕਿ ਤੁਹਾਡੇ ਇਲਾਕੇ ਵਿੱਚ ਕੋਈ ਸੜਕਾਂ ਤਾਂ ਨਹੀਂ ਗਈਆਂ, ਕਿਉਂਕਿ ਵੋਟਾਂ ਤੋਂ ਪਹਿਲਾਂ ਕਹਿ ਦਿੱਤਾ ਗਿਆ ਸੀ ਲੀਡਰਾਂ ਨੇ ਅਸੀਂ ਸੜਕਾਂ ਪੂਰੀਆਂ ਬਣਾ ਦਿੱਤੀਆਂ ਗਈਆਂ। ਉਹਨਾਂ ਨੇ ਤਾਂ ਇਹ ਵੀ ਕਹਿਤਾ ਸੀ ਸੜਕਾਂ ਦੇ ਵਿੱਚ ਕੋਈ ਟੋਆ ਨਹੀਂ। ਲੀਡਰ ਤਾਂ ਇੱਥੋਂ ਤੱਕ ਕਹਿੰਦੇ ਸੀ ਕਿ ਬੰਬ ਸਿੱਟ ਲਓ ਸੜਕਾਂ ਟੁੱਟਣੀਆਂ। ਫਿਰ ਵੀ ਤੁਹਾਡੇ ਇਲਾਕੇ ਵਿੱਚ ਸੜਕਾਂ ਕਿਸ ਤਰ੍ਹਾਂ ਦੀਆਂ ਨੇ, ਪਿੰਡ ਦਾ ਨਾਂ ਲਿਖ ਕੇ ਤੇ ਕਿੰਨੇ ਕੁ ਕਿਲੋਮੀਟਰ ਦਾ ਟੋਟਾ ਹੈਗਾ, ਜੇਕਰ ਦੱਸ ਦੂੰਗੇ ਤਾਂ ਗੱਲ ਵਧੀਆ, ਨਹੀਂ ਤਾਂ ਟੈਣਾ ਸਾਹਿਬ ਨੇ ਤਾਂ ਦੱਸ ਹੀ ਦਿੱਤਾ ਟੋਇਆਂ ਦੇ ਵਿੱਚੋਂ ਸੜਕ ਲੱਭਣੀ ਪੈਂਦੀ ਹੈ। ਟੈਣਾ ਸਾਹਿਬ ਚਰਨਜੀਤ ਸਿੰਘ ਚੰਨੀ ਦੇ ਹੋਣਾ ਮੋਰੇ ਤਾਂ ਨਹੀਂ ਕਿਸੇ ਨੇ ਟੋਏ ਪੱਟੇ ਸੀਗੇ, ਹਾਰ ਤਾਂ ਉਹ ਵੀ ਗਏ ਆ। ਦੇਖੋ ਗੱਲ ਇਹ ਆ ਵੀ ਚਰਨਜੀਤ ਸਿੰਘ ਚੰਨੀ ਨੇ ਨਾ ਫਿਲਮ ਦੇ ਪ੍ਰਚਾਰ ਵਾਂਗੂ ਜ਼ੋਰ ਵੱਧ ਲਾਇਆ। ਜਿਵੇਂ ਨਾ ਪੰਜਾਬੀ ਕੋਈ ਫਿਲਮ ਰਿਲੀਜ਼ ਹੋਣੀ ਹੋਵੇ ਉਸ ਤੋਂ 20 ਦਿਨ ਪਹਿਲਾਂ ਜਿਹੜੇ ਫਨਕਾਰ ਆ ਉਹ ਕਦੇ ਭੀੜ ਵਾਲੀ ਥਾਂ ਦੇ ਵਿੱਚ ਯੂਨੀਵਰਸਿਟੀ 'ਚ ਵੀ ਜਾਂਦੇ ਆ ਵੀ ਵਿਦਿਆਰਥੀਆਂ ਨੂੰ ਮਿਲ ਲੈਂਦੇ ਆ, ਕਦੇ ਕਿਸੇ ਸ਼ਾਪਿੰਗ ਮਾਲ ਦੇ ਵਿੱਚ ਵੀ ਜਾਂਦੇ ਆ, ਕਦੇ ਕਿਤੇ ਜਾਂਦੇ ਆ, ਕਦੇ ਕਿਤੇ ਜਾਂਦੇ ਵੀ ਐਂ ਜੇ ਗੱਲ ਬਣ ਜਾਣੀ ਆ। ਵੱਧ ਤੋਂ ਵੱਧ ਲੋਕਾਂ ਦੇ ਵਿੱਚ ਵਿਚਰ ਗਏ। ਚੰਨੀ ਸਾਹਿਬ ਬਿਨਾਂ ਮੁੱਖ ਮੰਤਰੀ ਰਹਿੰਦਿਆਂ 111 ਦਿਨ ਦੇ ਵਿੱਚ ਤਾਂ ਉਹਨਾਂ ਨੇ ਬਹੁਤ ਕੁਝ ਕੀਤਾ। ਉਹ ਕਹਿੰਦੇ ਵੀ ਮੈਂ ਲੋਈ ਦੀ ਬੁੱਕਲ ਮਾਰ ਕੇ ਚਾਹ ਵੀ ਪੀਤੀ, ਗਿਆਨੀ ਟੀ ਸਟਾਲ ਤੇ ਉਧਰ ਵੀ ਗਿਆ ਇੱਧਰ ਵੀ ਗਿਆ, ਪਰ ਉੱਦਾਂ ਮੰਤਰੀ ਰਹਿੰਦਿਆਂ ਉਹਨਾਂ ਨੇ ਕਿੰਨੀਆਂ ਕੁ ਆਮ ਥਾਵਾਂ ਤੇ ਵਿਜ਼ਿਟ ਕੀਤਾ ਜੀ। ਤੇ ਹੁਣ ਉਹ ਸਾਬਕਾ ਮੁੱਖ ਮੰਤਰੀ ਆ, ਹੁਣ ਉਹ ਸਾਬਕਾ ਵਿਧਾਇਕ ਆ, ਹੁਣ ਉਹ ਸਾਬਕਾ ਉਹਦਾ ਵੀ ਮੰਤਰੀ ਹੈ, ਸਾਬਕਾ ਕੌਂਸਲਰ ਵੀ ਹੈ, ਹੁਣ ਵੀ ਜਾਰੀ ਰੱਖਿਓ ਉਵੇਂ ਰਹਿਣਾ ਜੀ। ਹੁਣ ਇਹ ਜ਼ਰੂਰੀ ਥੋੜੀ ਹੈ ਕਿ ਆਪਾਂ ਉਦੋਂ ਫਿਲਮ ਦੇ ਪ੍ਰਚਾਰ ਵਾਂਗੂ ਸਾਰਾ ਕੁਝ ਕਰਨਾ ਸੀ। ਬੱਕਰੀ ਚੋਣੀ ਇਹਨਾਂ ਨੂੰ ਰਾਸ ਨਹੀਂ ਆਈ, ਕੈਪਟਨ ਸਾਹਿਬ ਨੂੰ ਕੱਟਾ ਦਿੱਤਾ ਰਾਸ ਨਹੀਂ ਆਇਆ, ਕਿਸੇ ਨੂੰ ਛੂ ਛਣਗਾ ਛਾਂਗੜੀ ਕਰਦਾ ਰਾਸ ਨਹੀਂ ਆਇਆ, ਕਿਸੇ ਨੂੰ ਕੁਛ ਨਹੀਂ ਆਇਆ, ਕਿਸੇ ਨੂੰ ਕੁਛ ਨਹੀਂ ਆਇਆ। ਲੋਕਾਂ ਨੇ ਐਤਕੀ ਤਾਰੇ ਦਿਖਾਤੇ, ਪੱਬੂ ਤਾਰੇ ਦਿਖਾਤੇ ਇਹਨਾਂ ਨੂੰ ਵੀ ਭਾਈ ਇਉਂ ਨਹੀਂ, ਰਾਜਨੀਤੀ ਇਉਂ ਵੀ ਹੁੰਦੀ ਹੈ। ਟੈਣਾ ਸਾਹਿਬ ਕਿਸੇ ਦੇ ਇੱਥੇ ਖਿੱਚ ਪੈਂਦੀ ਹੋਣੀ ਜਦੋਂ ਤੁਸੀਂ ਕਹਿੰਦੇ ਆ ਸਾਬਕਾ ਹੋ ਗਏ, ਕਿਉਂਕਿ ਕੱਲ ਦਾ ਇੱਕ ਹੋਰ ਨਾ ਸੋਸ਼ਲ ਮੀਡੀਆ ਚੱਲ ਪਿਆ, ਘਰ ਘਰ ਦੇ ਵਿੱਚ ਚੱਲੀ ਗੱਲ ਜਿੰਨੇ ਹਾਰੇ ਚੰਨੀ ਵੱਲ। ਮੈਂ ਨਹੀਂ ਇਹ ਗੱਲ ਕਹਿਣਾ, ਲੋਕਾਂ ਨੇ ਬਹੁਤ ਕਹਿਣੀ ਸ਼ੁਰੂ ਕਰ ਦਿੱਤੀ ਹੈ। ਦੇਖ ਲਓ ਕਿੱਦਾਂ ਦੀਆਂ ਲੋਕ ਗੱਲਾਂ ਕਰਦੇ ਪਏ ਆ। ਲੋਕ ਤਾਂ ਇਹ ਵੀ ਗੱਲ ਕਹਿੰਦੇ ਹੁਣ ਲੋਕਾਂ ਦੀ ਕਲਾ ਦੇ ਸਦਕੇ ਜਾਗੇ, ਉਹ ਕਹਿੰਦੇ ਘਰ ਘਰ ਦੇ ਵਿੱਚ ਚੱਲੀ ਗੱਲ ਸਾਰੇ ਹਾਰੇ ਚੰਨੀ ਵੱਲ ਜੀ। ਟੈਣਾ ਸਾਹਿਬ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨੀ ਜ਼ਰੂਰ ਬਣਦੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਬਹੁਤ ਜ਼ਿਆਦੀਆਂ ਵੱਧ ਜਾਣੀਆਂ ਨੇ। ਵੱਡੇ ਬਾਦਲ ਸਾਹਿਬ ਚਲੋ ਹੁਣ ਹੋ ਸਕਦਾ ਘਰ ਰਹਿਣ, ਬੀਬਾ ਜੀ ਹੁਣੇ ਟਿਕਣ ਦੇਣਗੇ ਕਿ ਨਹੀਂ ਇਹ ਪਤਾ ਨਹੀਂ, ਪਰ ਜਿਸ ਹਿਸਾਬ ਨਾਲ ਉਹਨਾਂ ਨੇ ਅੱਜ ਕਿਹਾ ਕਿ ਸਾਡੇ ਕੋਲ ਗਲਤੀਆਂ ਬਹੁਤ ਹੋਈਆਂ, ਆਉਣ ਵਾਲੇ ਸਮੇਂ ਵਿੱਚ ਅਸੀਂ ਫਿਰ ਵੀ ਖੜੇ ਹਾਂ, ਸਾਡੇ 'ਚ ਹੌਸਲਾ ਬਹੁਤ ਹੈ, ਕਿਸੇ ਨੇ ਸਲਾਹ ਮਸ਼ਵਰਾ ਲੈਣਾ ਤੇ ਆ ਜਾਓ ਭਾਈ।
ਗੱਲ ਇਹ ਆ ਵੀ ਕਿਸੇ ਨੂੰ ਵੈਸੇ ਸਲਾਹ ਮਸ਼ਵਰੇ ਦੀ ਹੁਣ ਲੋੜ ਤਾਂ ਹੈ ਨਹੀਂ ਜੀ, ਕਿਉਂਕਿ ਉਹਨਾਂ ਕੋਲੇ 92 ਸੀਟਾਂ 92 ਉਮੀਦਵਾਰ ਉਹਨਾਂ ਨੇ ਆਪਣੇ ਜਿੱਤੇ ਆ। ਬਾਕੀ ਵੀ ਕਈ ਜਿਹੜੇ ਇਹੋ ਜਿਹੀਆਂ ਸੀਟਾਂ ਦੇ ਉੱਤੇ ਜਿਹੜੇ ਹਾਰੇ ਆ ਉਹ ਸਨਮਾਨਯੋਗ ਵੋਟਾਂ ਦੇ ਨਾਲ ਹਾਰੇ ਆ। ਇਹ ਨਹੀਂ ਵੀ ਜ਼ਮਾਨਤ ਜ਼ਬਤ ਹੋ ਗਈ ਆ। ਜੀ। ਪੂਰੇ ਪੰਜਾਬ ਦੇ ਵਿੱਚ ਝਾੜੂ ਚੱਲਿਆ। ਆਪਣੀ ਰਾਏ ਦੀ ਕਿਸੇ ਨੂੰ ਜ਼ਰੂਰਤ ਪੈਣੀ ਨਹੀਂ, ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ, ਕਿਉਂਕਿ ਜੇਕਰ ਆਪਾਂ ਵੱਡਮੁੱਲੀਆਂ ਰਾਇਆਂ ਰੱਖਦੇ ਆ ਤੇ ਫਿਰ ਆਪਾਂ ਆਪਣਾ ਸਨਮਾਨ ਕਿਉਂ ਨਹੀਂ ਬਚਾਇਆ। ਅੱਜ ਜੋ ਅਕਾਲੀ ਦਲ ਦਾ ਹਾਲ ਹੋਇਆ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਚਿੰਤਨ ਕਰਨਾ ਪਊਗਾ ਕਿ ਭਵਿੱਖ ਦੇ ਵਿੱਚ ਅਸੀਂ ਉਹ ਗਲਤੀਆਂ ਨਹੀਂ ਕਰਨੀਆਂ ਜਿਹੜੀਆਂ ਕਿ ਹੁਣ ਤੱਕ ਕਰਦੇ ਰਹੇ ਹਾਂ। 5 ਸਾਲ ਲੋਕਾਂ ਦੇ ਵਿੱਚ ਵਿਚਰਨਾ ਪਊਗਾ, ਲਗਾਤਾਰ ਲੋਕਾਂ ਦੇ ਵਿੱਚ ਜਾਣਾ ਪਊਗਾ। ਜੇ ਅੱਜ ਇੱਕ ਮਾਤੜ ਸਾਥੀ ਹਰਾ ਸਕਦਾ, ਵੱਡੇ ਵੱਡੇ ਥੰਮਾਂ ਨੂੰ ਲੁੜਕਾ ਸਕਦਾ, ਜੇਕਰ ਅੱਜ ਇੱਕ ਸਧਾਰਨ ਮੋਟਰਸਾਈਕਲ ਸਵਾਰ ਬੰਦਾ ਵੱਡੇ ਵੱਡੇ ਥੰਮ ਡੇਗ ਸਕਦਾ ਤਾਂ ਮਤਲਬ ਇਹ ਆ ਵੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੱਲ ਤਾਂ ਸੀ। ਉਹਨਾਂ ਦੇ ਵਿੱਚ ਜੋ ਗੱਲ ਸੀ ਉਹ ਤੁਹਾਨੂੰ ਆਪਣੇ ਅੰਦਰ ਪੈਦਾ ਕਰਨੀ ਪੈਣੀ ਹੈ। ਰਾਜਨੀਤੀ ਦੇ ਵਿੱਚ VIP ਕਲਚਰ ਲੋਕਾਂ ਨੂੰ ਹੁਣ ਰੜਕਦਾ ਜਿਵੇਂ ਦਾਲ ਦੇ ਵਿੱਚ ਕੋਕੜੂ ਆ ਜਾਂਦਾ, ਉਸ ਤਰੀਕੇ ਦੇ ਨਾਲ। ਸੋ ਇਹ ਗੱਲਾਂ ਨੂੰ ਤਿਆਗਣਾ ਪਊਗਾ। ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਕਿਸੇ ਦੀ ਸਲਾਹ ਬਣਨੀ ਚਾਹੀਦੀ ਹੈ। ਆਪਦੀ ਨਵੀਂ ਨਵੇਕਲੀ ਸਲਾਹ ਦੇ ਨਾਲ ਅੱਗੇ ਵਧਣਾ ਚਾਹੀਦਾ। ਜਿਨ੍ਹਾਂ ਨੂੰ ਹੁਣ ਕਿਹਨੂੰ ਸਲਾਹ ਦੇਣੀ ਆ ਤੇ ਕਾਹਤੋਂ ਲੈਣੀ ਆ, ਦੋਵੇਂ ਗੱਲਾਂ ਹੀ ਆ। ਬਿਲਕੁਲ। ਉਧਰ ਜਾਖੜ ਸਾਹਿਬ ਦਾ ਵਿੱਚ ਬਿਆਨ ਆ ਗਿਆ, ਵੈਸੇ ਤਾਂ ਬੋਲੇ ਨਹੀਂ ਬਹੁਤ ਲੰਬਾ ਸਰ, ਜਦੋਂ ਚੋਣਾਂ ਆਈਆਂ ਸੀਗੀਆਂ, ਜਦੋਂ ਕਿ ਬਾਅਦ ਚ ਨਤੀਜੇ ਆ ਗਏ ਕੁਝ ਨਹੀਂ ਬੋਲੇ। ਕਹਿੰਦੇ ਕਿ ਇੱਕ ਜਿਹੜੀ ਚਰਚਾ ਚੱਲਦੀ ਪਈ ਸੀ, ਹਰਸਿਮਰਤ ਕੌਰ ਬੀਬਾ ਬਾਦਲ ਕਹਿੰਦੇ ਸੀ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਤੇ ਅੱਜ ਕਹਿੰਦੇ ਕਰਵਾਉਣ ਵਾਲਿਆਂ ਦਾ ਵੀ ਕੱਖ ਨਾ ਰਹੇ। ਦੇਖੋ, ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਇੱਕ ਬਿਆਨ ਆਇਆ ਜੀ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਇੱਕ ਸਮਾਗਮ ਦੇ ਵਿੱਚ ਗਏ, ਪੱਤਰਕਾਰਾਂ ਨੇ ਮੂਹਰੇ ਮਾਈਕ ਕਰ ਲਏ। ਉਹ ਕਹਿੰਦੇ ਦੇਖੋ ਗੱਲ ਇਹ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਮਿਲੀ ਆ ਜੀ, ਤੇ ਸਾਡੇ ਸਾਬਕਾ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਦੇ ਨਾਲ ਰਲੇ ਹੋਏ ਸੀ। ਤੇ ਉਹ ਕਹਿੰਦੇ ਵੀ ਇਹਦਾ ਮਤਲਬ ਇਹ ਆ ਵੀ ਜਦੋਂ ਅਸੀਂ ਵੀ ਨਾਲ ਸੀਗੇ ਤੇ ਫਿਰ ਸਾਨੂੰ ਵੀ ਤਾਂ ਮਿਲਣਾ ਹੀ ਸੀ ਨਾ, ਪਲੇਤਨ ਲੱਗਣਾ ਹੀ ਸੀਗਾ। ਉਹਨਾਂ ਨੇ ਇਸ ਗੱਲ ਨੂੰ ਫਰਾਖਦਰੀ ਨਾਲ ਕਬੂਲ ਕਰ ਲਿਆ ਕਿ ਭਾਈ ਅਸੀਂ ਵੀ ਨਾਲ ਸੀ ਤੇ ਅਸੀਂ ਵੀ ਕੁਝ ਇਸ ਮਾਮਲੇ ਤੇ ਕਰ ਨਹੀਂ ਸਕੇ। ਅੱਜ ਕਾਂਗਰਸ ਦੇ ਵਿੱਚ ਕਲੇਸ਼ ਇਸ ਕਦਰ ਵਧੀ ਜਾਂਦਾ ਵੀ ਨਵਜੋਤ ਸਿੰਘ ਸਿੱਧੂ ਅਸਿੱਧੇ ਜਿਹੇ ਤਰੀਕੇ ਨਾਲ ਆਰ ਲਾਉਂਦੇ ਵੀ ਮੁੱਖ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਹੁੰਦੀ ਹੈ। ਹੁਣ ਮੈਨੂੰ ਇਹ ਲੱਗਦਾ ਨਿੱਜੀ ਤੌਰ ਦੇ ਉੱਤੇ ਵੀ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੋ ਜਾਣਗੇ। ਸਿੱਧੂ ਸਾਹਿਬ ਸ਼ਾਇਦ ਜਹਾਜ਼ ਫੜ ਕੇ ਉਹ ਚਲੇ ਜਾਣ ਬੰਬੇ ਦੇ ਵੱਲ, ਉੱਥੇ ਕੋਈ ਨਾ ਕੋਈ ਆਪਦਾ ਹੋਰ ਸਿਸਟਮ ਫਿੱਟ ਕਰਨਗੇ। ਹੋਰ ਕਈ ਬੰਦੇ ਜਿਹੜੇ ਕਿ ਪਹਿਲਾਂ ਰਾਜਨੀਤੀ ਦੇ ਵਿੱਚ ਸੀ, ਹੁਣ ਇਹ ਤਾਂ ਕੀਤਾ ਗਿਆ ਮੁੱਕ, ਹੁਣ ਉਹਨਾਂ ਨੂੰ ਕੋਈ ਹੋਰ ਕੰਮ ਲੱਭਣਾ ਪੈਣਾ ਜੀ। ਨਹੀਂ, ਨਵਜੋਤ ਸਿੰਘ ਸਿੱਧੂ ਸਰਗਰਮ ਹੋ ਗਿਆ ਆਪਣੇ ਇਲਾਕੇ ਵਿੱਚ, ਕਿਉਂਕਿ ਵੋਟਾਂ ਖਤਮ ਹੋ ਗਈਆਂ, ਹੁਣ ਲੋਕਾਂ ਨਾਲ ਮਿਲਣਾ ਹੈ। ਕਹਿੰਦੇ ਗੱਲਬਾਤ ਦੇਖਦੇ ਕਿੱਦਾਂ ਦੀ ਕਰਦੇ ਆ, ਕਿਹੜੇ ਨਤੀਜੇ ਸੀਗੇ, ਕਿੰਨੇ ਵੋਟ ਪਾਈ, ਸ਼ਾਇਦ ਇਹ ਜਾਣਨ ਦੀ ਕੋਸ਼ਿਸ਼ ਤਾਂ ਨਹੀਂ ਕਰਨ ਲੱਗ ਪਏ। ਹੁਣ ਕੀ ਫਾਇਦਾ? ਗੱਲ ਤਾਂ ਇਹ ਆ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਵੋਟਰਾਂ ਦਾ ਧੰਨਵਾਦ ਕਰਨਾ ਬਣਦਾ। ਜਿਹੜੇ ਹਾਰੇ ਆ, ਭਾਵੇਂ ਤੀਜੇ ਨੰਬਰ ਤੇ ਭਾਵੇਂ ਚੌਥੇ ਨੰਬਰ ਦੇ ਉੱਤੇ ਹੱਥ ਜੋੜ ਕੇ ਸਾਡੀ ਬੇਨਤੀ ਹੈ ਵੀ ਤੁਹਾਡੇ ਉੱਤੇ ਵੀ ਭਾਵੇਂ 5000 ਬੰਦੇ ਨੇ ਭਰੋਸਾ ਕੀਤਾ, ਭਾਵੇਂ ਕੀਤਾ 20000 ਨੇ, ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਰਹੋ। ਅਗਲੀ ਵਾਰੀ ਫਿਰ ਮੌਕਾ ਮਿਲ ਜੂਗਾ। ਜਿਨ੍ਹਾਂ ਨੂੰ ਮੌਕਾ ਮਿਲਿਆ ਉਹਨਾਂ ਨੂੰ ਇਸ ਕਰਕੇ ਮਿਲਿਆ ਕਿਉਂਕਿ ਤੁਸੀਂ ਨਿਕੰਮੇ ਸਾਬਤ ਹੋਏ ਜੀ। ਉਹਨਾਂ ਨੂੰ ਇਸ ਕਰਕੇ ਨਹੀਂ ਮਿਲਿਆ ਵੀ ਉਹਨਾਂ ਨੂੰ ਪਰਖ ਕੇ ਦੇਖਿਆ। ਬੰਦਾ, ਮੈਂ ਕੱਲ ਵੀ ਗੱਲ ਕੀਤੀ ਸੀ, ਆਪਾਂ ਕਿਸੇ ਹੱਟੀ ਤੇ ਜਾਂਦੇ ਆ, ਕਿਸੇ ਦੁਕਾਨ ਤੇ ਜਾਂਦੇ ਆ, ਆਪਾਂ ਨੂੰ ਜੇਕਰ ਉੱਥੋਂ ਚੰਗੀ ਚੀਜ਼ ਮਿਲੇ, ਵਾਜਬ ਮੁੱਲ ਤੇ ਮਿਲੇ, ਕੋਈ ਭ੍ਰਿਸ਼ਟਾਚਾਰ ਨਾ ਹੋਵੇ, ਖਾਲਸ ਚੀਜ਼ ਮਿਲੇ ਤਾਂ ਵਾਰ-ਵਾਰ ਜਾਂਦੇ ਆਪਾਂ, 4 ਬੰਦਿਆਂ ਨੂੰ ਹੋਰ ਨੂੰ ਕਹਿੰਦੇ ਉੱਥੇ ਜਾਈਂ। ਪਰ ਜੇਕਰ ਉਹ ਵੱਧ ਪੈਸੇ ਲੈ ਕੇ ਤੇ ਨਕਲੀ ਚੀਜ਼ਾਂ ਦੇਵੇ, ਜਿਵੇਂ ਕਿ ਹੁਣ ਤੱਕ ਚੱਲਦਾ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚ, ਉਹਨਾਂ ਨੂੰ ਅਸੀਂ ਵੋਟਾਂ ਪਾਈਆਂ, ਉਹ ਜਿੱਤੀ ਗਏ, ਅਸੀਂ ਹਾਰੀ ਗਏ। ਇਸ ਕਰਕੇ ਪੰਜਾਬ ਦੇ ਲੋਕਾਂ ਨੇ ਮਰਦੀ ਨੇ ਅੱਕ ਚੱਬਿਆ, ਉਹ ਗੱਲ ਹੋਈ ਆ। ਸੋ ਮੇਰਾ ਖਿਆਲ ਆ ਵੀ ਐਤਕੀ ਇਹਨਾਂ ਨੂੰ ਕੁਝ ਸਿੱਖਣ ਦਾ ਮੌਕਾ ਹੈਗਾ। ਸੋ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਗੱਲ ਕਹਿਣੀ ਬੰਦ ਕਰਨੀ ਚਾਹੀਦੀ ਹੈ ਵੀ ਭਾਈ ਫਲਾਣੇ ਦਾ ਕਸੂਰ ਆ ਜਾਂ ਫਲਾਣੇ ਦਾ ਕਸੂਰ ਆ। ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਵੀ ਇਹ ਗੱਲ ਕਹਿੰਦੇ ਆ ਵੀ ਭਾਈ ਸਾਡੇ ਚੋਂ ਕਈਆਂ ਦਾ ਕਸੂਰ ਆ। ਸੋ ਕਾਂਗਰਸ ਦੇ ਵਿੱਚ ਹਾਲੇ ਕਲੇਸ਼ ਇੱਕ ਨਵਾਂ ਛਿੜਨਾ ਵੀ ਭਾਈ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਕਿਹਨੇ ਬਣਨਾ ਜੀ। ਹੁਣ ਇਸ ਗੱਲ ਦੇ ਤਾਂ ਕਲੇਸ਼ ਪਊਗਾ। ਮੈਨੂੰ ਲੱਗਦਾ ਵੀ ਇੱਥੇ ਸੁਖਪਾਲ ਸਿੰਘ ਖਹਿਰਾ ਜਿਹੜੇ ਉਹ ਵੀ ਇੱਛੁਕ ਹੋਣਗੇ। ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਵੀ ਹੋ ਸਕਦੇ ਆ। ਮੈਨੂੰ ਲੱਗਦਾ ਵੀ ਰਾਣਾ ਗੁਰਜੀਤ ਸਿੰਘ ਹੋਰੀ ਵੀ ਹੋ ਸਕਦੇ ਆ। ਸੋ ਜਿਹੜਾ ਆਉਂਦੇ ਸਮੇਂ 'ਚ ਕਲੇਸ਼ ਵਧੇ ਨਾ, ਇਹਦੇ ਵੱਲ ਖਿਆਲ ਕਰਨਾ ਚਾਹੀਦਾ। ਰਾਣਾ ਸਾਹਿਬ, ਜਿਹੜੇ ਤੁਸੀਂ ਤਿੰਨੇ ਨਾਮ ਲੈਤੇ, ਇਹਨਾਂ ਦੀ ਆਪਸ ਵਿੱਚ ਕਿੰਨੀ ਕੁ ਬਣਦੀ ਉਹਦਾ ਸੋਚਿਆ ਜਾਵੇ ਤਾਂ, ਕਿਉਂਕਿ ਚੋਣਾਂ ਤੋਂ ਪਹਿਲਾਂ ਅਸੀਂ ਸਾਰਾ ਕੁਝ ਦੇਖਿਆ ਹੀ ਹੈ। ਦੇਖੋ, ਰਾਣਾ ਗੁਰਜੀਤ ਸਿੰਘ ਨੇ ਆਪਣੇ ਦਮਖਮ ਨੂੰ ਦਿਖਾਇਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਦੋਂ ਕਾਂਗਰਸ ਦੇ ਵੱਡੇ ਵੱਡੇ ਥੰਮ ਲੁੜਕ ਗਏ ਆ, ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਦਮਖਮ ਦਿਖਾਤਾ। ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਵੀ ਭਾਵੇਂ ਘੱਟ ਵੋਟਾਂ ਦੇ ਫਰਕ ਨਾਲ ਜਿੱਤੇ ਪਰ ਦਮਖਮ ਦਿਖਾਤਾ। ਤੇ ਰਾਣਾ ਗੁਰਜੀਤ ਸਿੰਘ ਤਾਂ ਐਤਕੀ ਨਵਾਂ ਇਤਿਹਾਸ ਇਸ ਕਰਕੇ ਬਣਾ ਗਏ ਵੀ ਪਿਓ ਪੁੱਤ ਦੀ ਜੋੜੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਈ ਆ। ਕਿਉਂਕਿ ਪੁੱਤ ਆ ਜਿਹੜਾ ਨਾ ਇੱਕ ਸਾਈਡ ਤੇ ਲਿਖਿਆ ਹੁੰਦਾ ਜਦੋਂ ਨਤੀਜੇ ਆਉਂਦੇ ਅੰਨਿਆ ਅਦਰਸ ਜਿਹਨੂੰ ਕਹਿੰਦੇ ਆ, ਉਹ ਅੰਨਿਆ ਇੱਕ ਹੀ ਆ ਤੇ ਉਹ ਰਾਣਾ ਇੰਦਰ ਪ੍ਰਤਾਪ ਸਿੰਘ ਹੀ ਆ। ਸੋ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਜਾਣਾ ਇਹ ਰਾਣਾ ਗੁਰਜੀਤ ਸਿੰਘ ਦੇ ਆਪਣੇ ਪ੍ਰਭਾਵ ਦੇ ਸਦਕਾ। ਸੋ ਉਹਨਾਂ ਨੂੰ ਮੇਰਾ ਖਿਆਲ ਆ ਵੀ ਵੱਧ ਭੁਗਤ ਵੀ ਮਿਲਣੀ ਚਾਹੀਦੀ ਹੈ
ਤੇ ਮੇਰਾ ਖਿਆਲ ਮਿਲੂਗੀ ਵੀ, ਕਿਉਂਕਿ ਕਾਂਗਰਸ ਦੇ ਕੋਲੇ ਹੁਣ ਕੱਲੇ ਬੰਦੇ ਦੀ ਇੱਜ਼ਤ ਕਰਨ ਤੋਂ ਬਿਨਾ ਹੋਰ ਕੁਝ ਹੈ ਵੀ ਨਹੀਂਗਾ। ਟਾਣਾ ਸਾਹਿਬ ਪਿਓ ਪੁੱਤ ਦੀ ਗੱਲ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤੀ ਮੈਂ ਗੱਲ ਨਾ ਕਰਾਂ, ਉਧਰ ਪਤਾ ਲੱਗਿਆ ਕਿ ਸੁਖਦੇਵ ਸਿੰਘ ਢੀਂਡਸਾ ਹੁਣੀ ਪਾਰਟੀ ਤੋਂ ਅਸਤੀਫਾ ਦੇਣ ਲੱਗੇ ਆ, ਨਾਲ ਪਰਮਿੰਦਰ ਸਿੰਘ ਢੀਂਡਸਾ ਵੀ ਕਹਿੰਦੇ ਕਿ ਪਾਰਟੀ ਵਿੱਚ ਹੁਣ ਰਹੀ ਨਹੀਂ ਉਹ ਵਾਲੀ ਗੱਲ। ਤੇ ਪਾਰਟੀ 'ਚ ਸੀ ਕਦੋਂ ਪਹਿਲਾਂ ਵਾਲੀ ਗੱਲ? ਪਹਿਲਾਂ ਤਾਂ ਇਸ ਗੱਲ ਤੇ ਚਿੰਤਨ ਕਰਨਾ ਬਣਦਾ ਵੀ ਪਾਰਟੀ ਦੇ ਵਿੱਚ ਕਿਹੜੀ ਪਹਿਲਾਂ ਮਾਰੋ ਮਾਰ ਹੋਈ ਪਈ ਸੀ ਵੀ ਭਾਈ ਮੈਂ ਟਿਕਟਾਂ ਪਿੱਛੇ ਲੜਾਈ ਹੁੰਦੀ ਆ, ਆਪਾਂ ਨੂੰ ਬੰਦੇ ਲੱਭ ਕੇ ਟਿਕਟਾਂ ਦੇਣੀਆਂ ਪਈਆਂ। ਪਰ ਉਹ ਤਾਂ ਪੱਟਾਂ ਤੇ ਥਾਪੀਆਂ ਮਾਰਦੇ ਸੀ, ਐਤਕੀ ਅਸੀਂ ਗੱਠਜੋੜ ਕਰਕੇ ਦਿਖਾਵਾਂਗੇ। ਤੁਸੀਂ ਮਾਰੀ ਜਾਓ ਜਾਂ ਮੈਂ ਮਾਰੀ ਜਾਵਾਂ, ਕੋਈ ਫਰਕ ਥੋੜੀ ਪੈਂਦਾ। ਪੱਟਾਂ ਤੇ ਥਾਪੀਆਂ ਮਾਰੇ ਦਾ ਨਤੀਜਾ ਕੀ ਆ? ਜਿਹੜੇ ਪੱਟਾਂ ਤੇ ਥਾਪੀਆਂ ਮਾਰ ਕੇ ਐਂ ਕਹਿੰਦੇ ਸੀ ਉਹ ਕਿੱਥੇ ਆ? ਉਹ ਵੀ ਨਹੀਂ ਲੱਭਦੇ ਹੁਣ। ਗੱਲ ਤਾਂ ਠੀਕ ਆ, ਭੰਗੜੇ ਦੂਜੇ ਪਾਸੇ ਪਾਈ ਜਾਂਦੇ ਆ। ਬਿਲਕੁਲ ਸਹੀ ਗੱਲ ਆ, ਡਾਕਟਰ ਵਿਜੇ ਸਿੰਘਲਾ ਨੇ ਪਾਏ ਆ ਤੇ ਉਹ ਪਾਉਣ ਦੇ ਹੱਕਦਾਰ ਵੀ ਆ। ਪਰ ਗੱਲ ਅਸਲ ਦੇ ਵਿੱਚ ਇਹ ਆ ਵੀ ਜਿਹੜੇ ਢੀਂਡਸਾ ਸਾਹਿਬ ਕਹਿੰਦੇ ਵੀ ਭਾਈ ਹੁਣ ਅਸੀਂ ਪਾਰਟੀ ਦੀ ਰਾਸ਼ਟਰੀ ਜਿਹੜੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਬਾਰੇ ਸੋਚ ਰਹੇ ਹਾਂ, ਖਬਰਾਂ ਆ ਰਹੀਆਂ। ਸੋ ਗੱਲ ਇਹ ਆ ਵੀ ਉਮਰ ਦੇ ਇਸ ਪੜਾਅ ਦੇ ਉੱਤੇ ਇਹ ਪਹਿਲਾਂ ਹੀ ਸੋਚਣਾ ਚਾਹੀਦਾ ਕਿ ਅਸੀਂ ਕਿੱਥੇ ਜੇ ਖੜੇ ਆ, ਅਸੀਂ ਪੰਜਾਬ ਦੇ ਵਿੱਚ ਕਿੰਨੀ ਕੁ ਸਰਗਰਮੀ ਨਾਲ ਵਿਚਰ ਸਕਦੇ ਆ। ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਖਾਤਾ ਹੀ ਨਹੀਂ ਖੁੱਲਿਆ। ਆ ਮੈਂ ਹੁਣੇ ਇੱਕ ਬੀਜੇਪੀ ਦੇ ਆਗੂ ਦਾ ਬਿਆਨ ਪੜ੍ਹ ਕੇ ਹਟਿਆ, 6 ਦਿਨ ਪਹਿਲਾਂ ਉਹ ਇਹ ਗੱਲ ਕਹਿੰਦਾ ਸੀ ਵੀ ਭਾਈ ਇਹ ਨਾ ਕੈਪਟਨ ਅਮਰਿੰਦਰ ਸਿੰਘ ਦੇ ਸਦਕਾ ਅਸੀਂ ਪੰਜਾਬ ਦੇ ਵਿੱਚ ਬਸ ਬੰਬ ਬੁਲਾ ਦੇਣੇ ਆ, ਗਾਡਰ ਫੈਸਲਾ ਕੀਤਾ ਸੀ, ਅੱਤ ਕਰਾ ਦੇਣੀ ਆ। ਤੇ ਅੱਜ ਉਹ ਕਹਿ ਰਹੇ ਆ ਸਾਡਾ ਸਭ ਤੋਂ ਮਾੜਾ ਫੈਸਲਾ ਸੀ ਕੈਪਟਨ ਦੇ ਨਾਲ ਗੱਠਜੋੜ ਕਰਨਾ। ਮਹਾਰਾਜ ਇੱਕ ਸਟੈਂਡ ਤੇ ਤਾਂ ਰਹੋ। ਆਪ ਜੀ ਦਾ ਸਾਰਿਆਂ ਦਾ ਇੱਕੋ ਜਿਹਾ ਹਾਲ ਹੀ ਹੋਇਆ, ਤੁਸੀਂ ਤਾਂ ਕਿਸੇ ਨੂੰ ਕਹਿਣ ਜੋਗੇ ਵੀ ਨਹੀਂ। ਅੱਤ ਤਾਂ ਕਰਾ ਦਿੱਤੀ, ਮਤਲਬ ਟਿੱਪੀ ਪੁੱਠੀ ਕਰ ਦਿੱਤੀ, ਅੱਧਕ ਨੂੰ ਟਿੱਪੀ 'ਚ ਬਦਲ ਦਿੱਤਾ। ਦੂਸਰੇ ਪਾਸੇ ਟਾਣਾ ਸਾਹਿਬ ਤੁਸੀਂ ਕੱਟੇ ਨਾਲ ਮਜ਼ਾਕ ਕਰ ਗਏ, ਮੈਂ ਤੁਹਾਨੂੰ ਸਹੀ ਦੱਸਾਂ। ਮੈਂ ਨਹੀਂ, ਉਹ ਤਾਂ ਕੱਟਾ ਵਿਚਾਰਾ ਤਰਸਾ, ਉਧਰ ਬੱਕਰੀ ਦੀਆਂ ਲੱਤਾਂ ਖੜੀਆਂ ਪਈਆਂ ਕਹਿੰਦੇ ਵੀ ਉਹ ਕੀ ਗਿਆ ਜੀ। ਉਧਰ ਉਹ ਕੱਟੇ ਨੂੰ ਜਿਹੜੇ ਲੈ ਕੇ ਗਏ ਸੀ ਜੀ, ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਲੜਦੇ ਹੋਣ, ਉਹਨਾਂ ਜੋਤਸ਼ੀਆਂ ਦੇ ਨਾਲ, ਉਹਨਾਂ ਤਾਂਤਰਿਕਾਂ ਦੇ ਨਾਲ ਵੀ ਭਾਈ ਮੇਰਾ ਕੱਟਾ ਮੋੜ ਕੇ ਜਾਓ। ਪਹਿਲਾਂ ਖੱਟਿਆ ਕੀ ਇਸ ਗੱਲ ਦੇ ਵਿੱਚੋਂ? ਸੋ ਕਿਸੇ ਤਾਂਤਰਿਕ ਨੇ ਕੰਮ ਨਹੀਂ ਕੀਤਾ, ਕਿਸੇ ਛੂੰਛੜਕਾ ਛਾਂਗੜੀ ਨੇ ਕੰਮ ਨਹੀਂ ਕੀਤਾ ਜੀ, ਕਿਸੇ ਕੋਈ ਥਾਂ ਤੇ ਢਾਲੇ ਲਵਾਏ ਗਏ ਤੇ ਕਈ ਤਰ੍ਹਾਂ ਦੇ ਉਹਨਾਂ ਨੇ ਭੇਡ ਚਾਲ ਜੀ ਕੀਤੀ ਗਈ, ਉਹਨੇ ਕੰਮ ਨਹੀਂ ਕੀਤਾ। ਕਿਸੇ ਵੀ ਥਾਂ ਦੇ ਉੱਤੇ ਵੱਡੇ ਲੰਮੇ ਚੌੜੇ ਲਾਰੇ ਲਾਉਣ ਨੇ ਕੰਮ ਨਹੀਂ ਕੀਤਾ। ਕੋਈ ਪੰਜਾਬ ਦੇ ਵਿੱਚ ਜਾਤ ਪਾਤ ਦਾ ਜਿਹੜਾ ਉਹ ਚੱਕਰ ਸੀਗਾ ਉਹ ਨਹੀਂ ਚੱਲਿਆ। ਪੰਜਾਬ ਦੇ ਵਿੱਚ ਕੋਈ ਡੇਰਾ ਫੈਕਟਰ ਨਹੀਂ ਚੱਲਿਆ। ਇਹਨਾਂ ਸਾਰੀਆਂ ਗੱਲਾਂ ਤੋਂ ਇਹ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਸਿਆਣਪ ਦੇ ਰਾਹ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਤੁਰੇ ਆ। ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਬਿਲਕੁਲ ਲਾਤਾ, ਬਿਲਕੁਲ ਇਸ ਗੱਲ ਨੂੰ ਪਰੇ ਸੁੱਟਤਾ ਵੀ ਭਾਈ ਅਸੀਂ ਕਿਸੇ ਨਾ ਕਿਸੇ ਚੱਕਰਵਿਊਹ ਦੇ ਵਿੱਚ ਪਹਿਲਾਂ ਵਾਂਗੂ ਫਸੇ ਹੋਏ ਆ। ਭਲੇਖਾ ਨਿਕਲ ਗਿਆ ਡੇਰਾ ਸਿਰਸਾ ਮੁਖੀ ਦਾ ਵੀ ਭਾਈ ਮੈਂ ਜਿੱਧਰ ਕੋ ਇਸ਼ਾਰਾ ਕਰ ਦਿੱਤਾ ਹੂੰ ਸਰਕਾਰੇ ਬਣ ਜਾਤੀ ਹੈ, ਲੈ ਲਓ ਸਰਕਾਰਾਂ ਬਣਾ ਲਓ ਹੁਣ ਜੀ। ਟਾਣਾ ਸਾਹਿਬ ਉਧਰ ਜੇਕਰ ਗੱਲ ਕੀਤੀ ਜਾਵੇ ਬੇਅਦਬੀ ਕਰਵਾਉਣ ਵਾਲਿਆਂ ਦੀ ਆਪਾਂ ਗੱਲ ਕਰ ਲਈ, ਭ੍ਰਿਸ਼ਟਾਚਾਰ ਦੀ ਗੱਲ ਕਰ ਲਈ, ਸਾਰੀਆਂ ਗੱਲਾਂ ਕਰ ਲਈਆਂ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਇੱਕ ਦੂਸਰੇ ਦੇ ਉੱਪਰ ਹੁਣ ਦੋਸ਼ ਮੰਨ ਲੱਗ ਪਈਆਂ। ਕਾਂਗਰਸ ਵਾਲੇ ਕਹਿੰਦੇ ਸਾਨੂੰ ਤਾਂ ਹਰਾਏ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਕਰਾਰਾ ਜਿਹਾ ਜਵਾਬ ਦਿੱਤਾ ਹੈ। ਉਹ ਕਹਿੰਦੇ ਮੈਂ ਤਾਂ ਚੱਲ ਗਿਆ ਸੀਗਾ, ਬਾਅਦ ਦੇ ਵਿੱਚ ਤੁਹਾਡੇ ਕੋਲ 111 ਦਿਨ ਸੀਗੇ। ਇੱਕ ਗੱਲ ਹੋਰ ਵਧੀਆ ਲੱਗੀ ਮੈਨੂੰ, ਕੈਪਟਨ ਅਮਰਿੰਦਰ ਸਿੰਘ ਕਹਿੰਦਾ ਵੀ ਮੈਂ ਚਲੋ ਤੁਹਾਨੂੰ ਪੰਜਾਬ 'ਚ ਹਰਾਤਾ, ਗੋਆ 'ਚ ਵੀ ਮੈਂ ਹੀ ਹਰਾਇਆ ਹੋਣਾ ਤੇ ਯੂਪੀ 'ਚ ਵੀ ਮੈਂ ਹੀ ਹਰਾਇਆ ਹੋਣਾ, ਮਣੀਪੁਰ 'ਚ ਵੀ ਮੈਂ ਹੀ ਹਰਾਇਆ ਤੇ ਉੱਤਰਾਖੰਡ 'ਚ ਵੀ ਮੈਂ ਹੀ ਹਰਾਇਆ। ਮਤਲਬ ਇਹ ਆ ਕਹਿਣ ਦਾ ਵੀ ਕਾਂਗਰਸ ਦਾ ਸਾਰੇ ਪਾਸੇ ਸੁਪੜਾ ਸਾਫ਼ ਹੋਇਆ। ਹੁਣ ਕਾਂਗਰਸ ਇਹ ਗੱਲ ਕਹੀ ਜਾਵੇ, ਮਾਣ ਮਹਿਸੂਸ ਕਰੀ ਜਾਵੇ, ਲੈ ਵੀ ਇੱਕ ਸੂਬੇ ਤਾਂ ਬੀਜੇਪੀ ਨਹੀਂ ਆਈ, ਪਰ ਤੁਸੀਂ ਇਹ ਸੋਚੋ ਵੀ ਆਪ ਜੀ ਕਿਤੇ ਵੀ ਨਹੀਂ ਆਏ। 5 ਸੂਬਿਆਂ ਦੇ ਵਿੱਚੋਂ 3 ਥਾਵਾਂ ਦੇ ਉੱਤੇ ਕਹਿੰਦੇ ਹੰਗ ਅਸੈਂਬਲੀ ਆਉਣੀ ਆ, ਸਾਡੇ ਕਿਤੇ ਵਿਧਾਇਕ ਖਰੀਦੇ ਨਾ ਜਾਣ। ਫਿਰ ਇਹ ਬਿਨਾਂ ਪਾਣੀ ਤੋਂ ਜਰਾਬਾਂ ਲਾਈ ਫਿਰਦੇ ਸੀ, ਕਹਿੰਦੇ ਵੀ ਅਸੀਂ ਆਪਦੇ ਵਿਧਾਇਕ ਏਅਰਲਿਫਟ ਕਰ ਲੈਣੇ ਆ। ਲੋਕਾਂ ਨੇ ਦੱਸਦਾ ਵੀ ਉਹ ਰਾਜਨੀਤੀ ਨਹੀਂ ਕਿ 4.5 ਸਾਲ ਲੰਮੀਆਂ ਤਾਣ ਕੇ ਸੁੱਤੇ ਰਹੋ ਤੇ ਬਾਅਦ ਦੇ ਵਿੱਚ ਉੱਠੋ ਤੇ ਸੜਕਾਂ ਪੱਟ ਦਿਓ, ਪੁਲਾਂ ਵਾਸਤੇ ਜਿਹੜੇ ਗਾਡਰ ਜੇ ਕੱਢਣੇ ਉਹ ਪੱਟ ਦਿਓ। ਲੋਕਾਂ ਨੂੰ ਕੋਈ ਵਿਕਾਸ ਦਾ ਕੰਮ ਚੱਲਦਾ, ਲੋਕ ਜਾਣਦੇ ਆ ਵੀ ਕਿੰਨਾ ਕੁ ਚੱਲਦਾ, ਲੋਕ ਜਾਣਦੇ ਤੁਸੀਂ ਕਿੰਨਾ ਕੁ ਵਿਕਾਸ ਕਰਦੇ ਆ। ਬੋਰਡ ਪੜ੍ਹ ਕੇ ਲੋਕਾਂ ਨੂੰ ਹੁਣ ਯਕੀਨ ਨਹੀਂ ਆਉਣਾ। ਲੋਕਾਂ ਨੇ ਦਿਲ ਦੇ ਉੱਤੇ ਜਿਹੜੀ ਚੀਜ਼ ਲਿਖੀ ਹੋਊਗੀ ਉਹਨੂੰ ਕਿਸੇ ਨੇ ਝੁਠਲਾ ਨਹੀਂ ਸਕਣਾ, ਕਿਸੇ ਨੇ ਮਿਟਾ ਨਹੀਂ ਸਕਣਾ ਤੇ ਬੋਰਡਾਂ ਦੇ ਨਾਲ ਸਰਕਾਰਾਂ ਨਹੀਂ ਬਣਦੀਆਂ। ਇਹ ਗੱਲ ਤੈਅ ਹੋ ਗਈ ਹੈ ਜੀ। ਟਾਣਾ ਸਾਹਿਬ ਇੱਕ ਗੱਲ ਹੋਰ ਆ, ਅਸੀਂ ਲੋਕਾਂ ਦੀ ਗੱਲ ਕਰਦੇ ਆ, ਲੋਕਾਂ ਦੇ ਵਿੱਚ ਐਤਕੀ ਇੱਕ ਚੀਜ਼ ਬਿਲਕੁਲ ਨਹੀਂ ਆਈ, ਜਾਤ ਪਾਤ ਬਿਲਕੁਲ ਨਹੀਂ ਦੇਖਿਆ ਗਿਆ, ਸਮਝਦਾਰੀ ਨਾਲ ਵੋਟ ਪਾਈ ਹੈ। ਜਿਹੜੀ ਲੰਬੇ ਸਮੇਂ ਤੋਂ ਗੱਲ ਕਹੀ ਜਾਂਦੀ ਸੀ ਕਿ ਲੋਕ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਵੋਟ ਪਾਉਂਦੇ ਆ, ਇਸ ਵਾਰ ਉਹ ਫੈਕਟਰ ਬਿਲਕੁਲ ਨਹੀਂ ਚੱਲਿਆ। ਵਧੀਆ ਗੱਲ ਆ, ਇਹ ਪੰਜਾਬ ਨੂੰ ਜਾਤ ਪਾਤ ਤੇ ਧਰਮ ਦੇ ਨਾਂ ਦੇ ਉੱਤੇ ਕਿੰਨਾ ਵੰਡਿਆ ਗਿਆ। ਲੀਡਰ ਵੰਡਦੇ ਸੀ, ਆਖੇ ਜੀ ਆਹ ਹਿੰਦੂ ਭਾਈਚਾਰੇ ਦੀ ਵੋਟ ਨੂੰ ਅਸੀਂ ਐਂ ਕਰ ਲੈਣਾ, ਇਹਨੂੰ ਡਿਪਟੀ ਸੀਐਮ ਬਣਾ ਦਿਆਂਗੇ। ਦਲਿਤ ਭਾਈਚਾਰੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਇੱਕ ਨਵਾਂ ਦਾ ਖੇਡਿਆ। ਇਹ ਜਿਹੜਾ ਫਲਾਣਾ ਭਾਈਚਾਰਾ ਸਿੱਖ ਭਾਈਚਾਰੇ ਦੇ ਵਿੱਚੋਂ ਅਸੀਂ ਇਹ ਚਿਹਰੇ ਨੂੰ ਅੱਗੇ ਕਰ ਦੇਣਾ, ਵੀ ਪੰਜਾਬ ਦਾ ਮਜ਼ਾਕ ਬਣਾਇਆ। ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਦੋਖੀ ਆ ਤੁਸੀਂ ਲੋਕ। ਤੁਸੀਂ ਹੁਣ ਤੱਕ ਇਹ ਗੱਲ ਕਹਿ ਕੇ ਪੰਜਾਬ ਨੂੰ ਕਿੰਨਾ ਲੜਾਇਆ, ਕਿੰਨਾ ਕੁਟਵਾਇਆ ਹੈਗਾ। ਪੰਜਾਬ ਦੇ ਲੋਕਾਂ ਨੂੰ ਆਪ ਮੁਹਾਰੇ ਸਿਆਣ ਪਾਈ ਆ ਵੀ ਇਹਨਾਂ ਸਾਰੀਆਂ ਗੱਲਾਂ ਦੀ ਦਫਾ ਪੱਟੀ ਜਾਵੇ। ਇਹਨਾਂ ਗੱਲਾਂ ਦੀ ਆਪੇ ਲੋਕ ਪਰਖਣਗੇ। ਲੋਕਾਂ ਨੇ ਜਿਨ੍ਹਾਂ ਨੂੰ ਲਿਆਂਦਾ, ਜੇ ਇਹਨਾਂ ਨੇ ਕੰਮ ਨਾ ਕੀਤਾ ਤਾਂ ਲੋਕਾਂ ਨੇ 5 ਸਾਲਾਂ ਬਾਅਦ ਇਹਨਾਂ ਬਾਰੇ ਵੀ ਫੈਸਲਾ ਕਰ ਲੈਣਾ। ਜੇ ਲੋਕ ਤੁਹਾਨੂੰ ਰਵਾਇਤੀ ਪਾਰਟੀਆਂ ਦੇ 5 ਵਾਰ ਦੇ ਮੁੱਖ ਮੰਤਰੀਆਂ ਨੂੰ ਲਾਉਣਾ ਜਾਣਦੇ ਆ ਤਾਂ ਇਹਦੇ ਨਾਲ ਜ਼ਿੰਮੇਵਾਰੀ ਆ ਜਿਹੜੀ ਭਗਵੰਤ ਮਾਨ ਸਰਕਾਰ ਦੀ ਬਹੁਤ ਵੱਡੀ ਬਣ ਜਾਣੀ ਆ।
ਭਗਵੰਤ ਮਾਨ ਦੇ ਮੈਂ ਥੋੜਾ ਜਿਹਾ ਪਿਛੋਕੜ ਬਾਰੇ ਦੱਸਦਾ। ਜੀ ਬਿਲਕੁਲ। ਭਾਵੇਂ ਕੁਲਫੀ ਗਰਮ ਕੈਸਟ ਦੀ ਗੱਲ ਕਰ ਲਓ, ਭਾਵੇਂ ਮਿੱਠੀਆਂ ਮਿਰਚਾਂ ਦੀ ਗੱਲ ਕਰ ਲਓ, ਬਹੁਤ ਸਾਰੇ ਉਹਦੇ ਕਲਾ ਦੇ ਨਮੂਨੇ ਇਹੋ ਜਿਹੇ ਜਿਹਦੇ ਵਿੱਚ ਉਹਨੇ ਭ੍ਰਿਸ਼ਟਾਚਾਰ ਦੇ ਉੱਤੇ ਤੰਜ਼ ਕੱਸਿਆ। ਸੋ ਉਹੀ ਗੱਲਾਂ ਉਹਦੀ ਰਾਜਨੀਤੀ ਦੇ ਵਿੱਚ ਹੈ। ਮੈਨੂੰ ਲੱਗਦਾ ਕਿ ਉਹ ਪੰਜਾਬ ਦੇ ਜ਼ਮੀਨੀ ਧਰਾਤਲ ਨੂੰ ਸਮਝ ਕੇ ਚੱਲੂ ਤੇ ਪੰਜਾਬ ਦੇ ਮਸਲੇ ਹੱਲ ਕਰਨ ਵੱਲ ਵਧੂ ਜੀ। ਟਾਣਾ ਸਾਹਿਬ, ਵੱਡੇ ਲੀਡਰ ਜਿਹੜੇ ਆਪਣੇ ਤੇ ਯਕੀਨ ਕਰਦੇ ਸੀਗੇ, ਜਿੱਦਾਂ ਵੱਡੇ ਬਾਦਲ ਸਾਹਿਬ ਹੈ, ਹੁਣ ਉੱਥੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦਾ ਮੈਂ ਬਿਆਨ ਦੇਖਿਆ, ਉਹਨਾਂ ਨੇ ਬਿਲਕੁਲ ਠੰਡੇ ਸੁਭਾਅ ਨਾਲ ਗੱਲ ਕੀਤੀ ਹੈ। ਉਹ ਕਹਿੰਦੇ 32 ਸਾਲ ਦੀ ਮੇਰੀ ਮਿਹਨਤ ਹੈ ਇਹਦੇ ਪਿੱਛੇ, ਇਹ ਨਾ ਕਹੋ ਕਿ ਆਪ ਦੀ ਹਵਾ ਸੀਗੀ। ਇਹ ਵਾਕਈ ਗੱਲ ਬਦਲੀ ਇਸ ਵਾਰ? ਬਿਲਕੁਲ, ਮੈਂ ਇਸ ਗੱਲ ਨੂੰ ਮੰਨਦਾ ਜੀ। ਐਤਕੀ ਚਿਹਰੇ ਦਾ ਮੁੱਲ ਵੀ ਪਿਆ। ਤੁਸੀਂ ਦੇਖੋ, ਮੈਂ ਇਹ ਗੱਲ ਬੜੀ ਸਪਸ਼ਟ ਕਹਿਣੀ ਚਾਹੁੰਦਾ ਵੀ ਕੱਲੇ ਕੇਜਰੀਵਾਲ ਸਾਹਿਬ ਦਾ ਕੋਈ ਜਾਦੂ ਨਹੀਂ ਚੱਲਿਆ ਪੰਜਾਬ 'ਚ ਜੀ। ਜਾਦੂ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਨਾਂ ਦਾ ਚੱਲਿਆ। ਨਹੀਂ ਤਾਂ ਕੇਜਰੀਵਾਲ ਦੇ ਚਿਹਰੇ ਦਾ ਜਾਦੂ ਗੋਆ 'ਚ ਤੇ ਉੱਤਰਾਖੰਡ 'ਚ ਕਿਉਂ ਨਾ ਚੱਲਿਆ ਭਾਈ? ਕੇਜਰੀਵਾਲ ਸਾਹਿਬ ਤਾਂ ਉਹੀ ਆ, ਉੱਤਰਾਖੰਡ 'ਚ ਹੋਰ ਥੋੜੀ ਹੋ ਜਾਂਦੇ ਆ। ਸੋ ਐਤਕੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਨਾਂ ਦਾ ਵੀ ਜਾਦੂ ਚੱਲਿਆ। ਉਦਾਂ ਜੇ ਤੁਸੀਂ ਕਹਿ ਦਿਓ ਵੀ ਭਾਈ ਭਗਵੰਤ ਮਾਨ ਨੂੰ ਨਾ ਮੁੱਖ ਮੰਤਰੀ ਚਿਹਰਾ ਲਾਉਣ ਦੇ 92 ਸੀਟਾਂ, ਕੀ ਮੈਨੂੰ ਆਸ ਹੈ ਇਸ ਗੱਲ ਦੀ ਪਿਛਲੀ ਵਾਰ ਵਾਂਗੂ 20 ਵੀ ਨਹੀਂ ਮਿਲਣੀਆਂ। ਇਹ ਭਗਵੰਤ ਮਾਨ ਦੇ ਨਾਂ ਦੀ ਕਰੇਜ਼ ਸੀ, ਭਗਵੰਤ ਮਾਨ ਦੇ ਨਾਂ ਦੀ ਕਰੇਜ਼ ਅੱਜ ਤੱਕ ਹੈ। ਭਗਵੰਤ ਮਾਨ ਦੇ ਨਾਂ ਦੇ ਉੱਤੇ ਕੋਈ ਭ੍ਰਿਸ਼ਟਾਚਾਰ ਦਾ ਦਾਗ ਹੈ ਨਹੀਂ, ਜਿਹਦੇ ਕਰਕੇ ਲੋਕਾਂ ਨੇ ਭਰੋਸਾ ਕੀਤਾ। ਸੋ ਹੁਣ ਗੁਰਮੀਤ ਸਿੰਘ ਖੁੱਡੀਆਂ ਦੀ ਗੱਲ ਆ। ਗੁਰਮੀਤ ਸਿੰਘ ਖੁੱਡੀਆਂ ਨੇ ਬਹੁਤ ਤਪੱਸਿਆ ਕੀਤੀ ਇਸ ਮਾਮਲੇ ਜੀ। ਗੁਰਮੀਤ ਸਿੰਘ ਬਹੁਤ ਹੋਏ ਕੋਈ ਖੁੱਡੀਆਂ ਦੇ ਨਾਂ ਦੇ ਨਾਲ ਲੱਗਾ। ਪਿਛਲੀ ਵਾਰ ਵੀ ਧੋਖਾ ਹੋਇਆ, ਉੱਥੋਂ ਲੰਬੀ ਤੋਂ ਕਾਂਗਰਸ ਨੇ ਟਿਕਟ ਦੇਣੀ ਸੀ, ਐਨ ਮੌਕੇ ਤੇ ਐਲਾਨ ਵੀ ਹੋ ਜਾਣ ਸੀਗਾ, ਪਰ ਅਚਾਨਕ ਉੱਥੇ ਕੈਪਟਨ ਅਮਰਿੰਦਰ ਸਿੰਘ ਪਹੁੰਚਦੇ ਆ, ਜਿਹੜੇ ਕਹਿੰਦੇ ਵੀ ਐਤਕੀ ਇੱਥੋਂ ਮੈਂ ਲੜਨੀ ਹੈ ਚੋਣ ਤੇ ਤੁਸੀਂ ਕਵਰਿੰਗ ਕੈਂਡੀਡੇਟ ਹੋਵੋਗੇ। ਬਾਅਦ ਦੇ ਵਿੱਚ ਲੜ ਕੇ ਹਾਰ ਕੇ ਆਪ ਤਾਂ ਮੁੱਖ ਮੰਤਰੀ ਬਣ ਗਏ, ਪਟਿਆਲੇ ਜਿੱਤੇ ਸੀਗੇ, ਪਰ ਇੱਥੇ ਕਿਸੇ ਨੇ ਸਾਰ ਨਹੀਂ ਲਈ ਗੁਰਮੀਤ ਖੁੱਡੀਆਂ ਦੀ। ਪਰ ਲੋਕਾਂ ਨੇ ਉਹਦੀ ਇਮਾਨਦਾਰੀ ਦਾ, ਉਸ ਬੰਦੇ ਦੀ ਇਮਾਨਦਾਰੀ ਦਾ ਮੁੱਲ ਪਾਇਆ। ਸਲਾਮ ਉਹਦੀ ਇਮਾਨਦਾਰੀ ਨੂੰ। ਟਾਣਾ ਸਾਹਿਬ, ਪਟਿਆਲੇ ਵਾਲੇ ਪਾਸੇ ਸਾਰੀਆਂ ਸੀਟਾਂ ਸ਼ਹਿਰੀ ਜਿਹੜੀਆਂ ਸੀ ਆਮ ਆਦਮੀ ਪਾਰਟੀ ਨੇ ਜਿੱਤੀਆਂ, ਉਧਰਲੇ ਪਾਸੇ ਨਾਲ ਹੀ ਟਰੈਕਟਰ ਲੈ ਕੇ ਨਹੀਂ ਜਾਣਾ ਆਪਾਂ, ਗੱਡੀ 'ਚ ਚੱਲਦੇ ਅੱਜ। ਲੱਖੇ ਸਿਧਾਣੇ ਦੀ ਗੱਲ ਜ਼ਰੂਰ ਕਰਨੀ ਹੈ, ਕਿਉਂਕਿ ਲੱਖੇ ਸਿਧਾਣੇ ਦਾ ਜਿਸ ਹਿਸਾਬ ਦੇ ਨਾਲ ਰੌਲਾ ਸੀ ਕਿ ਭਾਈ ਪਿੱਛੇ ਬੰਦੇ ਬਹੁਤ ਹੈ, ਯੂਥ ਬਹੁਤ ਹੈ ਪਿੱਛੇ, ਗੱਲ ਯੂਥ ਉਹਦੀ ਸੁਣਦਾ ਹੈ, ਪਰ ਅਚਾਨਕ ਘਾਟੀ ਵੋਟਾਂ ਤੇ ਆ ਕੇ ਉਹਨੇ ਧੰਨਵਾਦ ਵੀ ਕੀਤਾ ਵੀਡੀਓ ਜਾਰੀ ਕਰਕੇ ਕਿ ਤੁਸੀਂ ਮੈਨੂੰ ਵੋਟਾਂ ਤਾਂ ਪਾ ਦਿੱਤੀਆਂ ਪਰ ਮੈਂ ਕੰਮ ਕਰਦਾ ਰਹੂੰਗਾ। ਦੇਖੋ, ਹਾਰ ਜਿੱਤ ਬਣੀ ਆ, ਸਾਰੇ ਜਿੱਤਣੇ ਨਹੀਂ। ਐਤਕੀ ਆਮ ਆਦਮੀ ਪਾਰਟੀ ਨੂੰ ਬਹੁਤ ਮੌਕਾ ਦਿੱਤਾ, ਪੰਜਾਬ ਦੇ ਲੋਕਾਂ ਨੇ ਫਰਾਖ ਦਿਲੀ ਨਾਲ ਮੌਕਾ ਦਿੱਤਾ ਵੀ ਕੱਲ ਨੂੰ ਇਹ ਗੱਲ ਨਾ ਹੋਵੇ ਜੀ ਕਿ ਜੇਕਰ ਸਾਨੂੰ ਸਪਸ਼ਟ ਬਹੁਮਤ ਮਿਲਿਆ ਹੁੰਦਾ ਤਾਂ ਆਹ ਹੋ ਜਾਂਦਾ। ਲੋਕਾਂ ਨੇ ਕਿਹਾ ਸਪਸ਼ਟ ਬਹੁਮਤ ਤੋਂ ਉੱਤੇ ਵੀ ਲਓ ਤੁਸੀਂ ਇੰਨੀਆਂ ਸੀਟਾਂ। ਸੋ ਲੋਕਾਂ ਨੇ ਐਤਕੀ ਵੱਧ ਤੋਂ ਵੱਧ ਮੌਕਾ ਦਿੱਤਾ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਲੱਖੇ ਸਿਧਾਣੇ ਨੇ ਕੰਮ ਕੀਤੇ ਆ। ਇਸ ਕਿਸਾਨ ਅੰਦੋਲਨ ਦੇ ਵਿੱਚ ਦੋ ਨੌਜਵਾਨ ਚਿਹਰੇ ਸਾਹਮਣੇ ਆਏ, ਦੀਪ ਸਿੱਧੂ ਜਿਹੜਾ ਵਿਚਾਰਾ ਸਾਡੇ ਕੋਲੋਂ ਬੇਵਕਤੀ ਤੁਰ ਗਿਆ, ਤੇ ਲੱਖਾ ਸਿਧਾਣਾ ਜਿਹਨੇ ਕੰਮ ਕੀਤੇ ਆ। ਉਹਨੇ ਨਿੱਠ ਕੇ ਲੋਕਾਂ ਦੇ ਵਿੱਚ ਵਿਚਰਿਆ ਵੀ ਹੈ ਮੌੜ ਮੰਡੀ ਦੇ ਵਿੱਚ, ਪਰ ਜਿੱਤ ਆ ਜਿਹੜੀ ਉਹ ਮੈਸਰ ਖਾਨਾ ਸਾਹਿਬ ਦੇ ਹਿੱਸੇ ਦੇ ਵਿੱਚ ਆਈ ਆ। ਚਲੋ ਕੋਈ ਜਿੱਤ ਗਿਆ, ਕੋਈ ਹਾਰ ਗਿਆ, ਪਰ ਜਿਹੜੇ ਹਾਰੇ ਆ, ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਉਹਨਾਂ ਨੂੰ ਲੋਕਾਂ ਦੇ ਵਿੱਚ ਵਿਚਰਦੇ ਰਹਿਣਾ ਚਾਹੀਦਾ ਜੀ। ਟਾਣਾ ਸਾਹਿਬ, ਇੱਕ ਅਗਲੀ ਗੱਲ ਕਰਦੇ ਆ, ਆਮ ਆਦਮੀ ਪਾਰਟੀ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਆਪਾਂ ਸ਼ੁਰੂਆਤ ਇੱਥੋਂ ਹੀ ਕੀਤੀ ਸੀਗੀ। ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਆ, ਬੀਬੀਆਂ ਨਾਲ ਵਾਅਦੇ ਕੀਤੇ ਆ ਕਿ ਖਾਤਿਆਂ ਵਿੱਚ ਪੈਸੇ ਪਾਵਾਂਗੇ। ਗੋਆ ਵਿੱਚ ਚੋਣਾਂ ਹੋਈਆਂ, ਵਾਅਦੇ ਉੱਥੇ ਵੀ ਕੀਤੇ ਸੀਗੇ, ਹੋਰ ਵੀ ਸੂਬਿਆਂ 'ਚ ਕੀਤੇ ਆ। ਦਿੱਲੀ ਵਿੱਚ ਹਾਲਾਂਕਿ ਨਹੀਂ ਕੀਤੇ, ਲੋਕ ਪੰਜਾਬ ਦੇ ਕਹਿੰਦੇ ਰਹੇ, ਨੇਤਾ ਕਹਿੰਦੇ ਰਹੇ ਕਿ ਤੁਸੀਂ ਦਿੱਲੀ ਵਿੱਚ ਵੀ ਵਾਅਦੇ ਕਰੋ, ਪਰ ਪੰਜਾਬ ਵਿੱਚ ਜਿਹੜੇ ਵਾਅਦੇ ਕੀਤੇ ਆ 11,000 ਕਰੋੜ ਰੁਪਇਆ ਬਣਨਾ ਕਿ ਬੀਬੀਆਂ ਦੇ ਖਾਤੇ 'ਚ ਪਾਇਆ ਜਾਵੇ, ਤਾਂ ਪਾਰਟੀ ਇਕੱਠੀ ਕਿੱਥੋਂ ਕਰੇਗੀ? ਕੱਲ ਦਾ ਬਹੁਤ ਜ਼ਿਆਦਾ ਸਵਾਲ ਉੱਠ ਰਿਹਾ ਹੈ। ਦੇਖੋ, ਸਵਾਲ ਉੱਠ ਰਿਹਾ, ਸਵਾਲ ਆਪਣੀ ਥਾਂ ਦੇ ਉੱਤੇ ਵਾਜਬ ਆ ਜੀ। ਸਵਾਲ ਦੇ ਵਿੱਚ ਮੈਂ ਨਹੀਂ ਮੰਨਦਾ ਵੀ ਕੋਈ ਗਲਤ ਗੱਲ ਹੈਗੀ ਆ, ਪਰ ਦੇਖੋ ਹੁਣ ਕਿੱਥੋਂ ਪੈਸੇ ਆ ਸਕਦੇ ਆ। ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਕੋਲੇ ਵਸੀਲੇ ਪੈਦਾ ਕਰਨ ਦਾ ਢੰਗ ਹੈਗਾ ਜੀ। ਉਹ ਕਹਿੰਦੇ ਅਸੀਂ ਦਿੱਲੀ ਦੇ ਵਿੱਚ ਵਸੀਲੇ ਪੈਦਾ ਕੀਤੇ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਦਿੱਲੀ ਤੇ ਪੰਜਾਬ ਦੇ ਭੂਗੋਲਿਕ ਹਾਲਾਤ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਦਿੱਲੀ ਇੱਕ ਸ਼ਹਿਰਨੁਮਾ ਖੇਤਰ ਆ, ਪੰਜਾਬ ਦੇ ਵਿੱਚ ਆਪਾਂ ਜਾਣਦੇ ਕਿ ਲਗਭਗ 12,000 ਪਿੰਡ ਆ, ਪੰਜਾਬ ਦੇ ਵਿੱਚ 117 ਹਲਕੇ ਆ, ਪੰਜਾਬ 23 ਜ਼ਿਲ੍ਹਿਆਂ ਵਾਲਾ ਸੂਬਾ ਹੈਗਾ। ਤੇ ਜੇਕਰ ਪਿਛਲੀ ਸਰਕਾਰ ਹੀ ਰਹਿੰਦੀ ਤਾਂ ਪੰਜਾਬ ਦੇ ਵਿੱਚ 25 ਵੀ ਹੋਣ ਲੱਗੇ ਸੀ, ਬਟਾਲਾ ਵੀ ਜ਼ਿਲ੍ਹਾ ਬਣਨਾ ਸੀਗਾ, ਪੂਰੀਆਂ ਤਿਆਰੀਆਂ ਮੁਕੰਮਲ ਸੀ। ਪਰ ਇਸ ਦੇ ਬਾਵਜੂਦ ਦੇਖੋ, ਜੇ ਤਾਂ ਰੇਤ ਦਾ ਮਸਲਾ ਹੱਲ ਕਰਤਾ, ਰੇਤ ਮਾਫੀਏ ਨੇ ਪੰਜਾਬ ਨੂੰ ਲੁੱਟਿਆ, ਪੰਜਾਬ ਦੇ ਕੁਦਰਤੀ ਸਰੋਤਾਂ ਦਾ ਘਾਣ ਕਰਤਾ। ਜੇਕਰ ਉਹਨਾਂ ਨੇ ਰੇਤ ਮਾਫੀਆ ਨੂੰ ਨੱਥ ਪਾ ਲਈ, ਸ਼ਰਾਬ ਮਾਫੀਆ ਨੂੰ ਨੱਥ ਪਾ ਲਈ, ਤਾਂ ਮੇਰਾ ਖਿਆਲ ਹੈ ਵੀ ਪੰਜਾਬ ਦੇ ਖਜ਼ਾਨੇ ਦਾ ਥੋੜਾ ਜਿਹਾ ਮਸਲਾ ਹੱਲ ਹੋ ਜਾਊਗਾ, ਥੋੜਾ ਜਿਹਾ ਮਸਲਾ ਹੱਲ ਹੋਣ ਵੱਲ ਵਧੂਗਾ। ਉਸ ਤੋਂ ਅਗਲੀ ਗੱਲ ਹੈ ਵੀ ਜੇਕਰ ਸਿੱਖਿਆ ਤੇ ਸਿਹਤ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਨੇ ਕੰਮ ਕਰ ਦਿਖਾਇਆ ਪ੍ਰੈਕਟੀਕਲ ਤੌਰ ਤੇ ਲੋਕ ਇਸ ਗੱਲ ਨੂੰ ਕਦੇ ਭੁੱਲਣਗੇ ਹੀ ਨਹੀਂ। ਜੇਕਰ ਕੀਤੇ ਹੋਏ ਵਾਅਦਿਆਂ ਵਿੱਚੋਂ ਆਮ ਆਦਮੀ ਪਾਰਟੀ 70% ਦੀ ਵੀ ਪੂਰੇ ਕਰ ਗਈ, ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਜਿਵੇਂ ਦਿੱਲੀ ਦੇ ਵਿੱਚ ਤੀਜੀ ਵਾਰ ਆਈ ਹੈ, ਪੰਜਾਬ ਦੇ ਲੋਕ ਵੀ ਛੇਤੀ ਕਿਤੇ ਜਾਣ ਨਹੀਂ ਦੇਣਗੇ। ਟਾਣਾ ਸਾਹਿਬ, ਗੱਲ ਤਾਂ ਲੱਗਦੀ ਹੈ ਕਿਉਂਕਿ ਜੇਕਰ ਕੰਮ ਨਾ ਕੀਤਾ ਤੇ ਲੋਕਾਂ ਨੇ ਅਗਲੀ ਵਾਰੀ ਸਾਰਾ ਕੁਝ ਸਿਖਾ ਦੇਣਾ। ਵੈਸੇ ਇਹ ਵੀ ਹੈ ਨਾ, ਪੰਜਾਬ ਦੇ ਜੋ ਚੋਣ ਨਤੀਜੇ ਆਏ ਨੇ ਇਹਦੇ ਆਧਾਰ ਤੇ ਹੀ ਬਾਕੀ ਦੂਜੇ ਸੂਬਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਖੜਨ ਦੀ ਕੋਸ਼ਿਸ਼ ਕਰਨੀ ਆ।
ਹਾਂ ਬਿਲਕੁਲ ਸਹੀ ਗੱਲ ਆ। ਦੇਖੋ ਹੁਣ ਉਹਨਾਂ ਦੇ ਕੋਲੇ ਦੋ ਉਦਾਹਰਨਾਂ, ਦੋ ਸੂਬਿਆਂ ਦੀਆਂ, ਦਿੱਲੀ ਤੇ ਪੰਜਾਬ। ਪਹਿਲਾਂ ਇੱਕੋ ਸੂਬੇ ਦੀ ਉਦਾਹਰਨ ਸੀ ਰਾਜਧਾਨੀ ਦਿੱਲੀ ਦੀ। ਸੋ ਜਿੱਥੇ ਜਿੱਥੇ ਵੀ ਆਉਂਦੇ ਸਮੇਂ 'ਚ ਚੋਣਾਂ ਹੋਣਗੀਆਂ, ਜਿੱਥੇ ਜਿੱਥੇ ਆਮ ਆਦਮੀ ਪਾਰਟੀ ਸਰਗਰਮ ਹੋਊਗੀ, ਉਹਨਾਂ ਦੇ ਕੋਲੇ ਇਹ ਉਦਾਹਰਨ ਹੋਊਗੀ ਕਿ ਭਾਈ ਅਸੀਂ ਪੰਜਾਬ ਦੇ ਵਿੱਚ ਵੀ ਆਹ ਕੰਮ ਕਰਕੇ ਦਿਖਾਏ ਆ। ਜੇਕਰ ਤੁਸੀਂ ਚਾਹੁੰਦੇ ਆ ਕਿ ਅਸੀਂ ਤੁਹਾਡੇ ਸੂਬੇ ਦੇ ਵਿੱਚ ਵੀ ਕੰਮ ਕਰੀਏ ਤਾਂ ਫਿਰ ਪੰਜਾਬ ਵਾਂਗੂ ਸਾਨੂੰ ਬਹੁਮਤ ਦੇ ਕੇ ਦਿਖਾਓ ਜੀ। ਟੈਣਾ ਸਾਹਿਬ ਦੂਸਰੇ ਪਾਸੇ ਮੰਨ ਲਓ ਤੁਸੀਂ ਲੀਡਰ ਹੁੰਨੇ, ਮੰਨ ਲਓ ਉਸ ਤੋਂ ਬਾਅਦ ਚੋਣ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਲੀਡਰ ਹਾਰੇ ਆ, ਮੈਂ ਕਹਿੰਦਾ ਤੁਸੀਂ ਜਿੱਤਦੇ, ਮੰਨ ਲਓ ਜੇ ਹਾਰੇ ਹੁੰਦੇ ਤਾਂ ਕੀ ਕਰਦੇ ਹੋ? ਦੇਖੋ ਹਾਰ ਜਿੱਤ ਤਾਂ ਬਣੀ ਆ, ਪਹਿਲੀ ਗੱਲ ਤਾਂ ਮੈਂ ਲੀਡਰ ਹੁੰਦਾ ਹੀ ਨਾ ਜੀ। ਦੂਜੀ ਗੱਲ ਜੇ ਹੁੰਦੇ ਤੇ ਦੂਜੀ ਗੱਲ ਇਹ ਕਿ ਜੇ ਹੁੰਦੇ ਤਾਂ ਹਾਰਨ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਵਿਚਰਨਾ ਜਾਰੀ ਰੱਖਣਾ ਚਾਹੀਦਾ। ਇਹ ਗੱਲ ਅਸਲ ਹੈ ਕਿਉਂਕਿ ਲੀਡਰ ਹੁਣ ਘਰਾਂ 'ਚ ਜਾ ਕੇ ਬੈਠ ਗਏ ਨੇ। ਲੋਕਾਂ ਦੇ ਵਿੱਚ ਜੇਕਰ ਨਾ ਵਿਚਰਨਗੇ ਤੇ ਫਿਰ ਅਚਾਨਕ ਜੇਕਰ ਪ੍ਰਗਟ ਹੋਣਗੇ ਚੋਣਾਂ ਦੇ ਮੌਕੇ ਤਾਂ ਕਿਸੇ ਨੇ ਮੂੰਹ ਨਹੀਂ ਲਾਉਣਾ ਜੀ। ਆਪਦੀ ਊਰਜਾ ਤੇ ਆਪਦਾ ਪੈਸਾ ਖਰਾਬ ਨਾ ਕਰਿਆ ਕਰੋ। ਜੇਕਰ 5 ਸਾਲ ਲੋਕਾਂ ਦੇ ਵਿੱਚ ਵਿਚਰਨਾ ਨਹੀਂ, ਐਤਕੀ ਪੰਜਾਬ ਦੇ ਬਹੁਤ ਸਾਰੇ ਨੇਤਾਵਾਂ ਨੇ ਪੰਡਾਂ ਪੈਸੇ ਖਪਤ ਕੀਤੇ ਆ ਜੀ। ਲੋਕਾਂ ਨੇ ਵੀ ਜੀ ਸਦਕੇ ਉਹਨਾਂ ਨੇ ਕਿਹਾ ਆਜੋ ਸਾਡੇ ਹੀ ਆ, ਲੋਕਾਂ ਨੇ ਕਿਹਾ ਦੇ ਜੋ ਸਾਡੇ ਹੀ ਆ। ਸੋ ਇਦਾਂ ਦਾ ਕੰਮ ਚੱਲਿਆ, ਪਰ ਪੈਸਿਆਂ ਦੇ ਨਾਲ ਵੀ ਲੋਕਾਂ ਨੂੰ ਪਲਟਾਇਆ ਨਹੀਂ ਜਾ ਸਕਿਆ ਜੀ। ਪੈਸਿਆਂ ਦੇ ਨਾਲ ਵੀ ਲੋਕਾਂ ਦੀ ਜਿਹੜੀ ਉਹ ਧਾਰਨਾ ਬਦਲੀ ਨਹੀਂ ਜਾ ਸਕੀ। ਸੋ ਲੋਕਾਂ ਦੇ ਵਿੱਚ ਵਿਚਰਦੇ ਰਹੋਗੇ, ਚੰਗੇ ਰਹੋਗੇ, ਜਾਂ ਤਾਂ ਪ੍ਰੋਫੈਸ਼ਨ ਬਦਲ ਦਿਓ। ਇਹ ਪ੍ਰੋਫੈਸ਼ਨ ਨੂੰ ਸੇਵਾ ਕਹਿਣਾ ਬੰਦ ਕੀਤਾ ਜਾਵੇ। ਬਾਹਰਲੇ ਮੁਲਕਾਂ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਮੈਂ ਰਾਜਨੀਤੀ ਦੇ ਪ੍ਰੋਫੈਸ਼ਨ ਦੇ ਵਿੱਚ ਆ, ਮੈਂ ਇਸ ਕਿੱਤੇ ਦੇ ਵਿੱਚ ਆ। ਸਾਡੇ ਨਕਾਬ ਹੋਰ ਪਾਇਆ, ਅਸੀਂ ਸੇਵਾ ਕਰਦੇ ਆ ਤੇ ਸੇਵਾ ਕਰਦੇ ਆਪਦੇ ਅੰਬਾਰ ਖੜੇ ਕਰ ਲੈਂਦੇ, ਵੱਡੇ ਖਜ਼ਾਨਾ ਆਪਦਾ ਭਰ ਲੈਂਦੇ ਆ ਤੇ ਸਰਕਾਰੀ ਖਜ਼ਾਨਾ ਖਾਲੀ ਹੋ ਜਾਂਦਾ। ਜੇਕਰ ਰਾਜਨੀਤੀ ਦੇ ਪ੍ਰੋਫੈਸ਼ਨ ਦੇ ਵਿੱਚ ਰਹਿਣਾ ਤਾਂ ਫਿਰ ਤੁਹਾਨੂੰ ਲੋਕਾਂ ਦੇ ਵਿੱਚ ਲਗਾਤਾਰ ਨਾਲ ਵਿਚਰਨਾ ਪਊਗਾ, ਨਹੀਂ ਤਾਂ ਭਾਈ ਆਪਦਾ ਕੋਈ ਹੋਰ ਕੰਮ ਕਾਜ ਦੇਖੋ, ਤੇ ਜੇ ਨਹੀਂ ਦੇਖਿਆ ਤਾਂ ਕੋਈ ਨਾ ਕੋਈ ਲੱਭਣਾ ਸ਼ੁਰੂ ਕਰ ਦਿਓ। ਹੁਣ ਟੈਣਾ ਸਾਹਿਬ ਮੈਂ ਪੈਸਿਆਂ ਦੀ ਗੱਲ ਕਰਨੀ ਹੈ ਕਿਉਂਕਿ ਲੈਣ ਦੇਣ ਵੀ ਬਹੁਤ ਹੋਇਆ। ਉਸ ਤੋਂ ਪਹਿਲਾਂ ਨਾਲ ਮੈਂ ਕਮੈਂਟ ਦੇਖ ਰਿਹਾ ਹਾਂ, ਇਹਦੇ ਵਿੱਚ ਬਹੁਤ ਸਾਰੇ ਸਾਡੇ ਵੱਖ-ਵੱਖ ਥਾਵਾਂ ਤੋਂ ਦਰਸ਼ਕ ਸਾਡੇ ਜੁੜੇ ਹੋਏ ਨੇ। ਜਿਹੜੇ ਨਵੇਂ ਜੁੜੇ ਇੱਕ ਵਾਰੀ ਦੱਸਿਓ ਕਿੱਥੋਂ ਜੁੜੇ ਹੋਏ ਨੇ, ਤੇ ਦੂਸਰੇ ਪਾਸੇ ਇਹ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਤੇ ਕੋਈ ਲੀਡਰ ਪੈਸੇ ਲੈ ਕੇ ਤਾਂ ਨਹੀਂ ਆਇਆ ਸੀਗਾ? ਉਹਨਾਂ ਨੇ ਤਾਂ ਨਹੀਂ ਕਿਹਾ ਸੀ ਕਿ ਭਾਈ ਆ ਫਲਾਣੇ ਨੂੰ ਵੋਟ ਪਾ ਦਿਓ, ਸਾਨੂੰ ਪਾ ਦਿਓ, ਉਹਨਾਂ ਨੂੰ ਨਾ ਪਾ ਦਿਓ? ਕਿਉਂਕਿ ਇੱਕ ਚਰਚਾ ਪਹਿਲਾਂ ਚੱਲੀ ਸੀ, ਇੱਕ ਪਾਰਟੀ ਨੇ ਕਿਹਾ ਸੀ ਕਿ ਪੈਸੇ ਜੇ ਤੋਂ ਮਰਜ਼ੀ ਲੈ ਲਓ ਪਰ ਵੋਟ ਸਾਨੂੰ ਪਾਇਓ। ਟੈਣਾ ਸਾਹਿਬ ਗੱਲ ਸਹੀ ਹੈ ਨਾ? ਰੌਲਾ ਬਹੁਤ ਪਿਆ ਸੀਗਾ। ਬਿਲਕੁਲ ਸਹੀ ਗੱਲ ਆ, ਇਹ ਆਮ ਆਦਮੀ ਪਾਰਟੀ ਨੇ ਹੀ ਕਿਹਾ ਸੀ ਜੀ। ਮੈਂ ਇਸ ਗੱਲ ਦੇ ਵਿੱਚ ਕੋਈ ਲਕੋ ਲਪੇਟ ਵਾਲੀ ਗੱਲ ਨਹੀਂ ਕਰਦਾ। ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਕਿਹਾ ਸੀ, ਐਤਕੀ ਗੱਲ ਉੱਡੀ ਕਿ ਆਮ ਆਦਮੀ पार्टी ने पैम्फलेट वंडे आ, उन्होंने लिखा हुआ कि पैसे जिनसे मर्जी ले लो, ये आपका ही धन है, आपके पास आ रहा है, लेकर वोट हमें दे दो, झाड़ू के साथ कचरा साफ कर दो। पर बाद दे विच आम आदमी पार्टी के नेतावां ने कहा भी ये किसी ने अपने आप छाप के वंड दिते आ, पर इहदे विच कोई प्रिंटिंग प्रेस का नां नहीं, किसी के नां हेठ जारीकर्ता का नां नहीं हैगा, इस करके ये असीं नहीं गल कही। पर पंजाब के लोगों ने किहड़ा इन्ने न्याणे नहीं, पंजाब के लोग ਇਹ ਸ਼ਰਧਾ ਦੇ ਨਾਲ ਹੀ ਸਾਰਾ ਕੁਝ ਹੋ ਹੀ ਗਿਆ। ਸ਼ਰਤਾਂ ਦੇ ਨਾਲ ਪੰਜਾਬ ਦੇ ਵਿੱਚ ਕੁਝ ਨਹੀਂ ਹੁੰਦਾਗਾ। ਉਹ ਲੋਕਾਂ ਨੇ ਹੁਣ ਤੱਕ ਦੋ ਪਾਰਟੀਆਂ ਦੇ ਉੱਤੇ ਭਰੋਸਾ ਕੀਤਾ, ਦੋਵਾਂ ਪਾਰਟੀਆਂ ਨੇ ਭਰੋਸਾ ਤੋੜਿਆ ਤੇ ਲੋਕਾਂ ਨੂੰ ਦਿਸਦਾ ਨਹੀਂ ਵੀ ਆਹ ਬੰਦਾ ਕਿੱਥੋਂ ਤੁਰਿਆ ਸੀ, ਕਿੱਥੇ ਪਹੁੰਚ ਗਿਆ। ਅਸੀਂ ਆਜ਼ਾਦੀ ਤੋਂ ਬਾਅਦ ਵੋਟਾਂ ਪਾਉਂਦੇ ਪਿਤਾ ਪੁਰਖੀ ਕਿੱਥੋਂ ਕਿੱਥੇ ਪਹੁੰਚ ਗਏ। ਸਾਡੀਆਂ ਜ਼ਮੀਨਾਂ ਵਿਕੀ ਜਾਂਦੀਆਂ, ਇਹਨਾਂ ਦੀਆਂ ਬਣੀ ਜਾਂਦੀਆਂ, ਸਾਡੀਆਂ ਜ਼ਮੀਨਾਂ ਵਿਕੀ ਜਾਂਦੀਆਂ, ਇਹਨਾਂ ਦੀਆਂ ਵਿਦੇਸ਼ਾਂ 'ਚ ਵੀ ਜ਼ਮੀਨਾਂ ਬਣੀ ਜਾਂਦੀਆਂ। ਲੋਕ ਜਾਣਦੇ ਸਭ ਕੁਝ ਆ, ਉੱਠੇ ਲੇਟ ਆ ਭਾਵੇਂ, ਪਰ ਉੱਠੇ ਆ, ਇਹਦੇ ਉੱਤੇ ਮਾਣ ਕਰਨਾ ਚਾਹੀਦਾ। ਟੈਣਾ ਸਾਹਿਬ ਕਹਿੰਦੇ ਜਦੋਂ ਅਕਲਦਾੜ ਨਿਕਲਦੀ ਆ ਤਾਂ ਦਰਦ ਬਹੁਤ ਹੁੰਦਾ ਹੈ। ਕਿ ਕਾਂਗਰਸ ਦੇ ਕੁਝ ਇਸ ਤਰ੍ਹਾਂ ਦੇ ਲੀਡਰ ਹੈ, ਉਹਨਾਂ ਦੇ ਦਾੜ ਅਜੇ ਤੱਕ ਉੱਗੀ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਵੀ ਆਪਾਂ ਦੇਖੀਏ ਸਥਿਤੀ ਸੁਪੜਾ ਸਾਫ਼ ਹੋ ਗਿਆ। ਦੂਸਰੇ ਸੂਬਿਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਉਹਨਾਂ ਦੀ ਸਥਿਤੀ ਖਰਾਬ ਹੋ ਗਈ ਹੈ। ਜਿੱਥੇ ਕਦੀ 60 ਸੀਟਾਂ ਜਿੱਤਦੇ ਸੀ ਉੱਥੇ 30 ਆ ਗਏ ਤੇ ਐਤਕੀ 15 ਵੱਲ ਨੂੰ ਚੱਲ ਗਏ ਆ। ਇਹ ਕੀ ਗੱਲ ਹੈ? ਹਾਈ ਕਮਾਨ ਇਸ ਬਾਰੇ ਸੋਚਦੀ ਕਿਉਂ ਨਹੀਂ ਪਈ? ਹੁਣ ਕਹਿੰਦੇ ਆ ਪੰਜਾਬ ਦੇ ਵਿੱਚ ਜੋ ਵੀ ਪਾਟਕ ਪਿਆ ਉਹ ਸਿਰਫ ਪੰਜਾਬ ਦੀ ਆਪਣੀ ਰਾਜਨੀਤੀ ਦੇ ਕਰਕੇ ਹੀ ਹੋਇਆ। ਹਾਈ ਕਮਾਨ ਪੱਲਾ ਕਿਉਂ ਝਾੜ ਰਹੀ ਆ? ਹਾਈ ਕਮਾਨ ਦੇ ਪੱਲੇ ਕੁਛ ਨਹੀਂਗਾ ਆਪਣੇ। ਤੁਸੀਂ ਇਹ ਦੇਖੋ ਵੀ ਰਾਹੁਲ ਗਾਂਧੀ ਦੇ ਪ੍ਰਭਾਵ ਦੇ ਥੱਲੇ ਅੱਜ ਤੱਕ ਕਿਹੜੇ ਸੂਬੇ ਦੇ ਵਿੱਚ ਮੱਲਾਂ ਮਾਰੀਆਂ ਜੀ। ਰਾਹੁਲ ਗਾਂਧੀ ਨੂੰ ਵੀ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਆ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ, ਪੁੱਤ ਅਸਤੀਫਾ ਦਿੰਦਾ ਮਾਂ ਪ੍ਰਧਾਨ ਬਣ ਜਾਂਦੀ ਆ, ਮਾਂ ਅਸਤੀਫਾ ਦਿੰਦਾ ਪੁੱਤ ਪ੍ਰਧਾਨ ਬਣ ਜਾਂਦਾ। ਸੋ ਇਦਾਂ ਦੀਆਂ ਗੱਲਾਂ ਹੈਗੀਆਂ। ਇਸ ਵੇਲੇ ਕਾਂਗਰਸ ਨੂੰ ਤੇ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਸਵੈ ਚਿੰਤਨ ਕਰਨ ਦੀ ਲੋੜ ਹੈ ਵੀ ਲੋਕ ਸਾਨੂੰ ਕਿੰਨਾ ਕੁ ਪਸੰਦ ਕਰ ਰਹੇ ਆ, ਕਿਉਂ ਨਹੀਂ ਪਸੰਦ ਕਰ ਰਹੇ, ਤੇ ਸਾਨੂੰ ਕੀ ਇਹੋ ਜਿਹਾ ਕਰਨਾ ਚਾਹੀਦਾ ਜਿਹਦੇ ਕਰਕੇ ਲੋਕ ਸਾਨੂੰ ਪਸੰਦ ਕਰਨਾ ਸ਼ੁਰੂ ਕਰਨ। ਤੇ ਜੇਕਰ ਆਪਾਂ ਇਸੇ ਲੀਹ ਦੇ ਉੱਤੇ ਤੁਰਦੇ ਰਹੇ ਜਿਹੜੀ ਦੇ ਉੱਤੇ ਹੁਣ ਤੱਕ ਤੁਰਦੇ ਰਹੇ ਆ, ਤਾਂ ਫਿਰ ਹਾਲ ਸਾਡਾ ਇਹੋ ਜਿਹਾ ਹੀ ਰਹਿਣਾ। ਤੁਸੀਂ ਲੱਖ ਮਾੜਾ ਕਹਿੰਦੇ ਆਪਾਂ ਵੀ ਭਾਈ ਫਲਾਣੀ ਪਾਰਟੀ ਨੇ ਆਹ ਜਗਾੜ ਲਾ ਲਿਆ ਤਾਂ ਫਲਾਣੀ ਨਾ ਕਰ ਲਿਆ। ਇਹਨਾਂ ਨੇ ਕਿਹੜਾ ਘੱਟ ਕੋਸ਼ਿਸ਼ਾਂ ਕੀਤੀਆਂ? ਕੀ ਨਹੀਂ ਜਗਾੜ ਲਾਉਣ ਦੀ ਕੋਸ਼ਿਸ਼ ਕੀਤੀ, ਕੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ? ਕੋਈ ਡੇਰਾ ਨਹੀਂ ਛੱਡਿਆ। ਬਿਲਕੁਲ ਜਾਤ ਪਾਤ ਦਾ ਪੱਤਾ ਖੇਡਣ ਦੇ ਵੱਲੋਂ ਕਸਰ ਨਹੀਂ ਬਾਕੀ ਛੱਡੀ। ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉਲਟ ਵੀ ਚੱਲੇ ਆ, ਤੇ ਫਿਰ ਵੀ ਜੇਕਰ ਜਿੱਤ ਨਹੀਂ ਮਿਲਦੀ ਤਾਂ ਪੰਜਾਬ ਦੇ ਲੋਕਾਂ ਦੀ ਜਾਗੀ ਹੋਈ ਸੋਚ ਦਾ ਨਮੂਨਾ ਹੈਗਾ। ਬਿਲਕੁਲ ਟੈਣਾ ਸਾਹਿਬ ਦੂਸਰੇ ਪਾਸੇ ਕੁਝ ਕਮੈਂਟ ਆ ਰਹੇ ਆ ਲੋਕਾਂ ਦੇ, ਉਹ ਦੱਸ ਰਹੇ ਕਿੱਥੋਂ ਬੋਲ ਰਹੇ ਆ। ਹਲਕਾ ਦਾਖਾ ਦੇ ਵੀ ਉਹਨਾਂ ਨੇ ਗੱਲ ਕੀਤੀ ਆ। ਵੈਸੇ ਇੱਕ ਨੌਜਵਾਨ ਨੇ ਕਮੈਂਟ ਕੀਤਾ, ਲੱਗਦਾ ਮਨਦੀਪ ਕੌਰ ਨੇ, ਉਹ ਕਹਿੰਦੇ ਆ ਕਿ ਟੀਚਰਾਂ ਦਾ ਮਸਲਾ ਹੱਲ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ।
ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਆ। ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ, ਪਰ ਇਹ ਵੀ ਇੱਕ ਬੜੀ ਵੱਡੀ ਸਮੱਸਿਆ। ਪੰਜਾਬ ਦੀ ਜਵਾਨੀ ਇਸ ਵੇਲੇ ਪੰਜਾਬ ਨੂੰ ਰੰਗਲੇ ਪੰਜਾਬ ਨੂੰ ਛੱਡਣ ਦੇ ਵਿੱਚ ਆਪਦਾ ਭਲਾ ਸਮਝਣ ਲੱਗੀ ਆ। ਉਹ ਆਪਦੇ ਭਵਿੱਖ ਨੂੰ ਚਮਕਾਉਣ ਦੇ ਲਈ ਯੂਕਰੇਨ ਵਰਗੇ ਦੇਸ਼ਾਂ ਦੇ ਵਿੱਚ ਜਾ ਰਹੀ ਹੈ। ਉਹ ਚੀਨ ਦੇ ਵਿੱਚ ਪੜ੍ਹਾਈ ਕਰਨ ਜਾ ਰਹੀ ਹੈ ਜਵਾਨੀ, ਉਹ ਬਾਕੀ ਮੁਲਕਾਂ ਦੇ ਵਿੱਚ ਜਾ ਰਹੀ ਹੈ। ਸਾਡੇ ਦੇਸ਼ ਦੇ ਵਿੱਚ ਕਿਉਂ ਨਹੀਂ ਇਹ ਸਾਰਾ ਕੁਝ ਹੋ ਰਿਹਾ? ਜਦੋਂ ਇੱਕ ਵਿਦਿਆਰਥੀ, ਕੋਈ ਇੱਕ ਨੌਜਵਾਨ ਮੁੰਡਾ ਕੁੜੀ ਵਿਦੇਸ਼ ਵੱਲ ਜਾਂਦਾ ਤਾਂ ਸਿਰਫ ਇੱਕ ਮੁੰਡਾ ਕੁੜੀ ਨਹੀਂ ਜਾਂਦਾ, ਉਹਦੇ ਮਗਰ 4-5 ਜਾਣੇ ਹੋਰ ਵੀ ਕਤਾਰ ਦੇ ਵਿੱਚ ਖੜੇ, ਜਿਹੜੇ 5-4 ਵਰਿਆਂ ਦੇ ਵਿੱਚ ਚਲੇ ਜਾਣਗੇ ਤੇ ਇਸ ਘਰ ਨੂੰ ਤਾਲਾ ਲੱਗੂਗਾ, ਇਸ ਘਰ ਦੀ ਜ਼ਮੀਨ ਵਿਕੂਗੀ, ਜਾਂ ਇਹ ਘਰ ਵਿਕ ਜੂਗਾ ਜਾਂ ਗਹਿਣੇ ਪੈ ਜੂਗਾ ਜ਼ਮੀਨ। ਸੋ ਇਸ ਕਰਕੇ ਟੀਚਰਾਂ ਦਾ ਮਸਲਾ ਜਾਂ ਬਾਕੀ ਮੁਲਾਜ਼ਮ ਸਾਥੀਆਂ ਦਾ ਬਹੁਤ ਵੱਡੇ ਮਸਲੇ ਆ ਜਿਹੜੇ ਹੱਲ ਕਰਨੇ ਚਾਹੀਦੇ ਆ। ਮਨਪ੍ਰੀਤ ਬਾਦਲ ਦੀਆਂ ਬੇੜੀਆਂ ਦੇ ਵਿੱਚ ਵੱਟੇ ਹੀ ਮੁਲਾਜ਼ਮ ਸਾਥੀਆਂ ਦੇ ਨਾਲ ਦਿੱਤੀਆਂ ਹੋਈਆਂ ਝਕਾਨੀਆਂ ਕਰਕੇ ਪਏ ਆ। ਮੈਂ ਉਸ ਦਿਨ ਗਿਆ ਉੱਥੇ ਵੋਟਾਂ ਤੋਂ ਕੁਝ ਦਿਨ ਪਹਿਲਾਂ ਐਡਵੋਕੇਟ ਜਗਰੂਪ ਸਿੰਘ ਗਿੱਲ ਹੋਰਾਂ ਨੇ ਇੰਟਰਵਿਊ ਕਰਨ। ਯਕੀਨ ਮੰਨਿਓ ਇੱਕ ਵੀ ਬੰਦੇ ਨੇ ਇਹ ਗੱਲ ਨਹੀਂ ਆਖੀ। ਉੱਥੇ ਲੋਕਾਂ ਨੇ ਮੈਨੂੰ ਦੱਸਿਆ, ਮੈਂ ਦੁਕਾਨਾਂ ਤੇ ਖੜ ਕੇ ਪੁੱਛਿਆ, ਉਹ ਕਹਿੰਦੇ ਬਾਈ ਜੀ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਨਾ ਮੁਲਾਜ਼ਮ ਸਾਥੀ ਆ, ਯੂਨੀਅਨਾਂ ਜਿਹੜੀਆਂ, ਉਹ ਆ ਰਹੀਆਂ ਤੇ ਇਹ ਗੱਲ ਕਹਿਣੀਆਂ ਮਨਪ੍ਰੀਤ ਬਾਦਲ ਨੂੰ ਵੋਟ ਨਾ ਪਾਇਓ, ਹੋਰ ਜਿਹਨੂੰ ਮਰਜ਼ੀ ਪਾ ਦਿਓ ਜੀ। ਭਵਿੱਖ ਦੇ ਵਿੱਚ ਕਿਸੇ ਵੀ ਵਿੱਤ ਮੰਤਰੀ ਦੇ ਨਾਲ ਇਦਾਂ ਨਾ ਹੋਵੇ ਤਾਂ ਉਹਨੂੰ ਕਹਿਣੀ ਤੇ ਕਰਨੀ ਦਾ ਪੂਰਾ ਹੋਣਾ ਪਊਗਾ ਜੀ। ਹੱਥ ਬਹੁਤ ਜੋੜੇ ਸੀਗੇ ਪਰ ਲੋਕ ਕਹਿੰਦੇ ਖਾਲੀ ਹੈ ਖਜ਼ਾਨਾ ਸਾਹਿਬ ਜੀ, ਹੁਣ ਇੱਧਰ ਨੂੰ ਨਾ ਆਓ। ਟੈਣਾ ਸਾਹਿਬ, ਦੂਸਰੇ ਪਾਸੇ ਇੱਕ ਤਰਾਸਦੀ ਹੈ ਪੰਜਾਬ ਦੀ, ਬਹੁਤ ਸਾਰਾ ਨੌਜਵਾਨ ਵਿਦੇਸ਼ ਵੱਲ ਜਾ ਰਿਹਾ। 55 ਲੱਖ ਪਾਸਪੋਰਟ ਹੈ ਤੇ 50 ਲੱਖ ਘਰ ਹੈ, ਇਹ ਵੀ ਇੱਕ ਵੱਡੀ ਸਮੱਸਿਆ। ਦੂਸਰੇ ਪਾਸੇ ਦੁਆਬਾ ਖੇਤਰ ਲਈ ਪਹਿਲਾਂ ਮਸ਼ਹੂਰ ਹੁੰਦਾ ਸੀ ਕਿ ਘਰਾਂ ਦੇ ਕੋਠੀਆਂ ਬਹੁਤ ਵੱਡੀਆਂ ਬਣਾਈਆਂ ਪਰ ਜਿੰਦੇ ਵੀ ਉਹ ਤੋਂ ਵੱਡੇ ਲੱਗੇ ਆ। ਦੂਸਰੇ ਪਾਸੇ ਹੁਣ ਇਹ ਗੱਲ ਮਾਝੇ 'ਚ ਵੀ ਪਹੁੰਚ ਗਿਆ ਤੇ ਮਾਲਵੇ ਵਿੱਚ ਵੀ ਪਹੁੰਚ ਗਈ ਹੈ। ਕੀ ਇਸ ਤਰ੍ਹਾਂ ਦਾ ਕੁਝ ਪਾਰਟੀਆਂ ਨੂੰ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਹੀ ਸਾਰਾ ਕੁਝ ਸੈੱਟ ਕਰ ਦਈਏ? ਦੇਖੋ, ਬਾਹਰਲੇ ਮੁਲਕ ਦੇ ਵਿੱਚ ਜਾਣ ਦੀ ਮੈਂ ਵਿਰੋਧਤਾ ਨਹੀਂ ਕਰਦਾ ਜੀ। ਹਰ ਬੰਦੇ ਨੂੰ ਕਿਤੇ ਨਾ ਕਿਤੇ ਸੈੱਟ ਹੋਣ ਦਾ ਪੂਰਾ ਅਧਿਕਾਰ ਹੈ, ਪਰ ਮਜਬੂਰੀ ਦੇ ਵਿੱਚ ਜਾਣਾ ਤੇ ਆਪਦੀ ਇੱਛਾ ਮੁਤਾਬਕ ਜਾਣਾ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਜੀ। ਜੇਕਰ ਤੁਹਾਡੀ ਇੱਛਾ, ਭਾਵੇਂ ਤੁਸੀਂ ਅਮਰੀਕਾ ਜਾਓ, ਕੈਨੇਡਾ ਜਾਓ, ਪਰ ਤੁਸੀਂ ਆਪਦੀ ਮਿੱਟੀ ਨੂੰ ਥੋੜੀ ਭੁੱਲ ਸਕਦੇ ਆ। ਪਰ ਇੱਥੇ ਪੰਜਾਬ ਮਜਬੂਰੀ ਦੇ ਵਿੱਚ ਛੱਡਣਾ ਪੈ ਰਿਹਾ। ਮੈਂ ਕੱਲ ਵੀ ਇਹ ਅੰਕੜਾ ਸਾਂਝਾ ਕੀਤਾ ਸੀ, 5.25 ਸਾਲਾਂ ਦੇ ਵਿੱਚ ਪੰਜਾਬ ਦੇ 7.5 ਲੱਖ ਲੋਕ ਪੰਜਾਬ ਛੱਡ ਕੇ ਗਏ ਆ। ਰੁਜ਼ਗਾਰ ਵੀਜ਼ਾ ਤੇ ਸਟੱਡੀ ਵੀਜ਼ਾ, ਇਹਨਾਂ ਦੋ ਵੀਜ਼ਾ ਦੇ ਨਾਂ ਤੇ ਉਹ 7.5 ਲੱਖ ਮੁੰਡਾ ਕੁੜੀ ਜਿਹੜੇ ਗਏ ਆ, ਉਹ 7.5 ਲੱਖ ਘਰ ਆਉਂਦੇ ਸਮੇਂ ਦੇ ਵਿੱਚ ਵਿਹਲੇ ਹੋਣਗੇ। ਭਾਵੇਂ ਇੱਕ ਦਹਾਕੇ 'ਚ ਵਿਹਲੇ ਕਿਉਂ ਨਾ ਹੋਣ, ਭਾਵੇਂ 5 ਵਰਿਆਂ ਦੇ ਵਿੱਚ ਹੋ ਜਾਣ, ਕਿਉਂਕਿ ਹਰ ਮੁੰਡੇ ਕੁੜੀ ਨੇ ਆਪਣੇ ਮਾਪੇ ਵੀ ਇੱਕ ਨਾ ਇੱਕ ਨਾਲ ਲਿਜਾਣੇ ਆ, ਆਪਦੇ ਬੱਚੇ ਵੀ ਲਿਜਾਣੇ ਆ, ਆਪਦੇ ਹੋਰ ਸਕੇ ਸੰਬੰਧੀ ਵੀ ਲੈ ਕੇ ਜਾਣੇ ਆ। ਉਹਨਾਂ ਨੇ ਉੱਥੇ ਸਾਰੇ ਟੱਬਰ ਨੇ ਇਕੱਠੇ ਹੋਣ ਦੀ ਕੋਸ਼ਿਸ਼ ਕਰਨੀ ਆ। ਕੋਈ ਦੇਰ ਹੋ ਜੂ, ਕੋਈ ਸਵੇਰ ਹੋ ਜੂ, ਪਰ ਮਤਲਬ ਕਹਿਣ ਦਾ ਇਹ ਹੈ ਕਿ ਪੰਜਾਬ ਦੇ ਪਿੰਡਾਂ ਦੇ ਪਿੰਡ ਵਿਹਲੇ ਹੋਈ ਜਾਂਦੇ ਆ। ਇੱਕ ਗੱਲ ਮੇਰੀ ਕਮੈਂਟਾਂ ਦੇ ਵਿੱਚ ਸਾਡੇ ਸਾਥੀ ਆ ਜਿਹੜੇ, ਉਹ ਬੇਨਤੀ ਮੈਂ ਕਰਦਾ ਵੀ ਟਿੱਪਣੀ ਕਰ ਦੇਣ ਵੀ ਇਹ ਦੱਸੋ ਕਿ ਪਿਛਲੇ 5 ਵਰਿਆਂ ਦੇ ਵਿੱਚ ਕਿਸੇ ਇੱਕ ਬੇਰੁਜ਼ਗਾਰ ਨੂੰ, ਜਿਹਨੇ ਬੇਰੁਜ਼ਗਾਰ ਦਫ਼ਤਰ ਦੇ ਵਿੱਚ ਰੁਜ਼ਗਾਰ ਦਫ਼ਤਰ 'ਚ ਆਪਦਾ ਨਾਂ ਦਰਜ ਕਰਵਾਇਆ, ਕਿਸੇ ਨੂੰ 2500 ਰੁਪਈਆ ਬੇਰੁਜ਼ਗਾਰੀ ਭੱਤਾ ਮਿਲਿਆ? ਕੋਈ ਇੱਕ ਜਣਾ ਦੱਸ ਦੇਵੇ ਵੀ ਸਾਨੂੰ ਮਿਲਿਆ। ਕਿਸੇ ਨੂੰ ਨਹੀਂ ਮਿਲਿਆ, ਕਿਉਂਕਿ ਸਰਕਾਰ ਮੰਨ ਕੇ ਹੀ ਨਹੀਂ ਰਾਜ਼ੀ। ਉਹ ਕਹਿੰਦੇ ਘਰ ਘਰ ਰੁਜ਼ਗਾਰ ਦਿੱਤਾ। ਕੈਪਟਨ ਸਾਹਿਬ ਤਾਂ ਜਾਣ ਤੋਂ 2 ਮਹੀਨੇ ਪਹਿਲਾਂ ਕਹਿੰਦੇ ਸੀ 99% ਦੀ ਵਾਅਦੇ ਪੂਰੇ ਕਰਤੇ, ਤੇ ਮੇਰੇ ਮਨ ਦੇ ਵਿੱਚੋਂ ਹੁੱਕ ਨਿਕਲਦੀ ਸੀ, ਅੱਛਾ 11% ਵਾਅਦੇ ਪੂਰੇ ਕਰਨ ਲਈ ਨਵੀਂ ਪਾਰਟੀ ਬਣਾ ਲਈ। ਇਹ ਵੀ ਗੱਲਾਂ ਹੈਗੀਆਂ। ਸੋ ਕਹਿਣ ਦਾ ਭਾਵ ਇਹ ਜੀ ਕਿ ਪੰਜਾਬ ਦੀ ਜਵਾਨੀ ਦੇ ਮਸਲੇ ਬਹੁਤ ਵੱਡੇ ਆ, ਪੰਜਾਬ ਦੀ ਕਿਸਾਨੀ ਦੇ ਮਸਲੇ ਬਹੁਤ ਵੱਡੇ ਆ। ਇਹਨਾਂ ਮਸਲਿਆਂ ਦੇ ਵੱਲ ਪੂਰੀ ਇਕਾਗਰਤਾ ਦੇ ਨਾਲ ਸੋਚ ਕੇ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਪਊਗੀ ਜੀ। ਕੀ ਗੱਲਾਂ ਕਰਦੇ ਹੋ ਟੈਣਾ ਸਾਹਿਬ, ਹੁਣ ਨਹੀਂ ਕਹਿਣਾ ਮੈਂ, ਕਿਉਂਕਿ ਚੰਨੀ ਸਾਹਿਬ ਪਤਾ ਨਹੀਂ ਹੁਣ ਕਿਹੜੇ ਹਾਲਾਤਾਂ ਵਿੱਚ ਹੋਣਗੇ। ਟੈਣਾ ਸਾਹਿਬ, ਇੱਕ ਗੱਲ ਕਰਨੀ ਇੱਥੇ ਜ਼ਰੂਰ ਬਣਦੀ ਹੈ। ਇੱਕ ਕਮੈਂਟ ਆਇਆ ਸੱਜਣ ਦਾ, ਟੋਨੀ ਨਾਮ ਹੈ, ਹੁਣ ਉਹ ਕਹਿੰਦੇ ਪਏ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦਾ ਬਹੁਤ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਥਾਂ ਇਦਾਂ ਦੇ ਆ, ਸਕੂਲ ਇਦਾਂ ਦੇ ਆ ਜਿੱਥੇ ਕਹਿੰਦੇ ਪੰਜਾਬੀ ਬੈਨ ਕਰ ਦਿੱਤੀ ਜਾਂਦੀ, ਜੁਰਮਾਨਾ ਲਗਾਇਆ ਜਾਂਦਾ, ਬੈਨ ਨਹੀਂ ਜੁਰਮਾਨਾ ਲਗਾਇਆ ਜਾਂਦਾ। ਤੇ ਕਿਵੇਂ ਦੇਖਦੇ ਆ ਇਸ ਹਾਲਾਤ ਨੂੰ? ਦੇਖੋ, ਗੱਲ ਇਹ ਆ ਵੀ ਪੰਜਾਬ ਦੇ ਵਿੱਚੋਂ ਪੰਜਾਬੀ ਨੂੰ ਖੋਰਾ ਲਾਉਣ ਦੇ ਲਈ ਸਰਕਾਰਾਂ ਤਾਂ ਜ਼ਿੰਮੇਵਾਰ ਹੈ ਹੀ, ਅਸੀਂ ਸਾਰੇ ਵੀ ਜ਼ਿੰਮੇਵਾਰ ਆ। ਪੰਜਾਬ ਦੇ ਵਿੱਚ ਸਰਕਾਰਾਂ ਤਾਂ ਜ਼ਿੰਮੇਵਾਰ ਹੈ ਹੀ, ਅਸੀਂ ਵੀ ਪਿੱਛੇ ਨਹੀਂ ਹੈਗੇ। ਮੈਂ ਤੁਹਾਨੂੰ ਦੱਸਦਾ, ਇੱਕ ਵਾਰੀ ਮੈਂ ਆਪਣੇ ਦੋਸਤ ਦੇ ਘਰ ਦੇ ਵਿੱਚ ਗਿਆ, ਕਹਿੰਦਾ ਵੀ ਚਾਹ ਦਾ ਪਿਆਲਾ ਸਾਂਝਾ ਕਰਦੇ ਆ ਜੀ। ਅਸੀਂ ਡਰਾਇੰਗ ਰੂਮ ਦੇ ਵਿੱਚ ਚਾਹ ਦਾ ਪਿਆਲਾ ਸਾਂਝਾ ਕਰ ਰਹੇ ਹਾਂ ਤੇ ਕਮਰੇ ਦੇ ਵਿੱਚੋਂ ਨਿਆਣੇ ਦੇ ਥੱਪੜ ਵੱਜਣ ਦੀ ਆਵਾਜ਼ ਆਉਂਦੀ ਆ। ਉਹ ਤਾਂ ਆਵਾਜ਼ ਆਉਂਦੀ ਆ ਕਿਉਂਕਿ ਉਹ ਜਿਹੜੀ ਮਾਂ, ਉਹ ਆਪਦੇ ਬੱਚੇ ਨੂੰ ਲੈਸਨ ਪਾਠ ਕਰਮ ਯਾਦ ਕਰਵਾ ਰਹੀ ਸੀ। ਬੱਚੇ ਨੇ ਕਿਤੇ ਪੰਜਾਬੀ ਦਾ ਸ਼ਬਦ ਬੋਲਤਾ, ਉਹਨੇ ਉਹਦੇ ਥੱਪੜ ਮਾਰਿਆ। आपको अकल नहीं आती? आपको इतने महंगे स्कूल में भेजते हैं, आपकी कितनी फीस हम भरते हैं, आपके पापा कितनी मुश्किल से पैसा कमाते हैं, आपको उस स्कूल में नहीं भेजेंगे? मैनू इउं लग्या एक मां आपदे बच्चे नू मां बोली नालों तोड़ रही है ते सानू भी अपने आप नू भी ये सोचना पऊगा कि असीं आपदे निआणिआं नू घरां दे विच की सिखाउने आ। स्कूलां दे विच कई थावां ते जुर्माने हुंदे आ, जुर्माने ਹੁੰਦੇ 100 ਰੁਪਈਆ ਜੁਰਮਾਨਾ ਕਈ ਪੰਜਾਬ ਦੇ ਸਕੂਲਾਂ ਦੇ ਵਿੱਚ, ਨਿੱਜੀ ਸਕੂਲਾਂ 'ਚ, ਕਨਵੈਂਟ ਸਕੂਲਾਂ ਦੇ ਵਿੱਚ ਹੁੰਦਾ ਜੇਕਰ ਬੱਚਾ ਇੱਕ ਸ਼ਬਦ ਪੰਜਾਬੀ ਦਾ ਬੋਲ ਦੇਵੇ, ਲਿਖ ਦੇਵੇ। ਸੋ ਘਰੇ ਐਡਾ ਵੱਡਾ ਫਰਲਾ ਲਿਖ ਕੇ ਭੇਜ ਦਿੰਦੇ ਆ
ਕਾਪੀ ਦੇ ਵਿੱਚ ਕਿ ਭਾਈ ਇਹਨੂੰ ਇਦਾਂ ਤੋੜੋ, ਇਦਾਂ ਜੇਕਰ ਇਹਨੇ ਕੀਤਾ ਫਿਰ ਇਹ ਨਲਾਇਕ ਆ ਤੁਹਾਡਾ ਬੱਚਾ। ਸੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਸਕੂਲਾਂ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹ ਵੀ ਰੋਕਿਆ ਜਾਵੇ, ਤੇ ਮਾਪਿਆਂ ਦਾ ਵੀ ਫਰਜ਼ ਆ ਤੁਸੀਂ ਅੰਗਰੇਜ਼ੀ ਸਿੱਖੋ, ਤੁਸੀਂ ਭਾਵੇਂ ਕੰਨੜ ਸਿੱਖੋ, ਤੁਸੀਂ ਫ੍ਰੈਂਚ ਸਿੱਖੋ, ਕੋਈ ਇਤਰਾਜ਼ ਥੋੜੀ ਆ, ਪਰ ਜਿਹੜੀ ਵੀ ਤੁਹਾਨੂੰ ਗੁੜਤੀ ਦੇ ਵਿੱਚ ਬੋਲੀ ਮਿਲੀ ਆ ਉਹਨੂੰ ਛੱਡੋ ਨਾ। ਟੈਣਾ ਸਾਹਿਬ ਨੌਜਵਾਨਾਂ ਨੇ ਗੱਲ ਕੀਤੀ, ਉਹ ਕਹਿੰਦੇ ਸਾਨੂੰ 13 ਤੋਂ ਲੈ ਕੇ 15 ਸਾਲ ਹੋ ਗਏ ਆ, ਕੁਝ ਨਹੀਂ ਮਿਲਿਆ, ਸਿਰਫ ਸਰਕਾਰਾਂ ਕਰਦੀਆਂ ਝੂਠੇ ਵਾਅਦੇ, ਕਰਦੀਆਂ ਇਹ ਦਾਅਵੇ। ਦੂਸਰੇ ਪਾਸੇ ਗੱਲ ਹੋਰ ਹੈ, ਬਹੁਤ ਸਾਰੇ ਬਜ਼ੁਰਗ ਹੈ ਜਿਨ੍ਹਾਂ ਨੂੰ 올ਡ ਬੁਢਾਪਾ ਪੈਨਸ਼ਨ ਲੱਗੀ ਹੈ। ਹੁਣ ਪੈਨਸ਼ਨ ਤਾਂ ਲੱਗੀ ਹੋਣੀ ਹੈ, ਮੈਨੂੰ ਲੱਗਦਾ ਉਹਨੀਆਂ ਚਪਲਾਂ ਘਸਾਲੀਆਂ ਹੋਣੀਆਂ, ਉਹਨਾਂ ਨੇ ਕਦੀ ਪੈਸੇ ਨਹੀਂ ਮਿਲਿਆ। ਕਿ ਖਬਰਾਂ ਵੀ ਆਈਆਂ ਸੀ ਨਾ ਪਹਿਲਾਂ ਕਿ ਚੈੱਕ ਬਾਉਂਸ ਹੋ ਗਏ ਆ। ਦੇਖੋ ਚੈੱਕ ਬਾਉਂਸ ਹੋਏ ਆ, ਬਹੁਤ ਸਾਰੀਆਂ ਖਬਰਾਂ ਆਈਆਂ, ਇਹ ਗੱਲ ਸੱਚੀ ਆ, ਪਰ ਹੁਣ ਤਾਂ ਮੌਕਾ ਹੈਗਾ, ਐਤਕੀ ਮੌਕਾ ਹੈਗਾ ਜੀ। ਜਿਨ੍ਹਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਇਹ ਸਾਬਤ ਕਰਕੇ ਦਿਖਾਉਣਾ ਵੀ ਭਾਈ ਅਸੀਂ ਬੁਢਾਪਾ ਪੈਨਸ਼ਨ ਬਾਰੇ ਕੀ ਸੋਚਦੇ ਹਾਂ, ਬਜ਼ੁਰਗਾਂ ਬਾਰੇ ਕੀ ਸੋਚਦੇ ਹਾਂ, ਅਸੀਂ ਕਿਹਨੂੰ ਕਿਹੋ ਜਿਹਾ ਰਾਸ਼ੀ ਪ੍ਰਦਾਨ ਕਰਨੀ ਆ, ਕੀਤੇ ਹੋਏ ਵਾਅਦਿਆਂ ਨੂੰ ਕਿਵੇਂ ਪੂਰੇ ਕਰਨਾ। ਇਹ ਗੱਲ ਸੱਚੀ ਹੈ ਕਿ ਕਈ ਸਰਦੇ ਪੁੱਜਦੇ ਲੋਕ ਆ ਜਿਹੜੇ ਉਹ ਵੀ ਇਸ ਵੇਲੇ ਰਾਸ਼ਨ ਲਈ ਜਾਂਦੇ ਆ। ਇਹ ਵੀ ਗੱਲ ਸੱਚੀ ਆ ਵੀ ਕਈ ਬੁਢਾਪੇ ਦੀਆਂ ਪੌੜੀਆਂ ਨਹੀਂ ਚੜ੍ਹੇ, ਪਰ ਬਣਦੀ ਸਰਦੀ ਆ ਐਮਐਲਏ ਦੇ ਨਾਲ ਤੇ ਕੌਂਸਲਰ ਦੇ ਨਾਲ ਤੇ ਹੋਰ ਨੇੜਲਿਆਂ ਦੇ ਨਾਲ, ਇਸ ਕਰਕੇ ਉਹ ਵੀ ਸਾਰਾ ਕੁਝ ਲਈ ਜਾਂਦੇ ਆ। ਮੈਨੂੰ ਇੱਕ ਜਾਣਕਾਰ ਨੇ ਦੱਸਿਆ, ਕਹਿੰਦਾ ਸਾਡਾ ਹੈਗਾ ਰਾਸ਼ਨ ਡਿਪੂ, ਉੱਥੇ ਕਹਿੰਦਾ ਵੀ ਕਈ ਪਰਿਵਾਰ ਇਹੋ ਜਿਹੇ ਆਉਂਦੇ ਆ ਜਿਹੜੇ ਇਨੋਵਾ ਦੇ ਉੱਤੇ ਕਣਕ ਲੈਣ ਆ ਜਾਂਦੇ ਆ, ਇੱਕ ਟੱਬਰ ਕਹਿੰਦਾ ਸਕਾਰਪੀਓ ਦੇ ਉੱਤੇ ਆਉਂਦਾ। ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਕਈ ਥਾਵਾਂ ਦੇ ਉੱਤੇ ਗਲਤ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਇਹ ਲਈਆਂ ਜਾਂਦੀਆਂ, ਉਹ ਸਹੀ ਚੀਜ਼ਾਂ ਲੈਣ ਦੇ ਹੱਕਦਾਰ ਲੋਕਾਂ ਨਾਲ ਵੀ ਅੱਗ ਮਾਰਦੀਆਂ। ਜੀ ਟੈਣਾ ਸਾਹਿਬ ਇਹ ਗੱਲ ਬਿਲਕੁਲ ਸਹੀ ਹੈ। ਦੂਸਰੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਕਿ ਸਾਰਾ ਕੁਝ ਇਸ ਵੇਲੇ ਨੌਜਵਾਨਾਂ ਦੇ ਉੱਪਰ ਨਿਰਭਰ ਕਰਦਾ ਹੈ। ਹੋ ਸਕਦਾ ਕਿ ਜਿਹੜੀਆਂ ਪਾਰਟੀਆਂ ਇਸ ਵਾਰ ਜਿੱਦਾਂ ਆਮ ਆਦਮੀ ਪਾਰਟੀ ਹੈ ਉਹਦੇ ਵਿੱਚ ਵੀ ਵੱਡੀ ਗਿਣਤੀ ਨੌਜਵਾਨਾਂ ਦੀ ਹੈ, ਤੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਵੀ ਜ਼ਿਆਦਾ ਨੌਜਵਾਨ ਹੈ। ਲੱਗਦਾ ਕਿ ਇਹਨਾਂ ਦੇ ਬਾਰੇ ਸੋਚਿਆ ਜਾਵੇ। ਗੱਲ ਇਸ ਕਰਕੇ ਮੈਂ ਕਰ ਰਿਹਾ ਕਿਉਂਕਿ ਨੌਜਵਾਨਾਂ ਨੂੰ ਲੋੜ ਹੈ ਨੌਕਰੀ ਦੀ। ਇੱਕ ਮੁੱਦਾ ਹੋਰ ਚੁੱਕਿਆ, ਸਾਡੇ ਦਰਸ਼ਕਾਂ ਨੇ ਚੁੱਕਿਆ, ਬੜੀ ਵਧੀਆ ਗੱਲ ਕੀਤੀ ਹੈ। ਮੈਂ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਨਹੀਂ, ਪਰ ਪ੍ਰਾਈਵੇਟ ਸਕੂਲਾਂ ਵਿੱਚ ਕੁਝ ਕੁ ਪ੍ਰਾਈਵੇਟ ਸਕੂਲਾਂ ਵਿੱਚ ਹੋ ਰਹੀ ਲੁੱਟ, ਅੰਨ੍ਹੇਵਾਹ ਲੁੱਟ, ਉਹਦੇ ਖਿਲਾਫ ਬਹੁਤ ਲੋਕ ਨੇ। ਦਿੱਲੀ ਵਾਲਾ ਮਾਡਲ ਜੋ ਸੀਗਾ ਉਹਦਾ ਇੱਕ ਹਿੱਸਾ ਕੀ ਪੰਜਾਬ ਦੇ ਵਿੱਚ ਵੀ ਸਰਕਾਰ ਨੂੰ ਲੈ ਕੇ ਆਏਗੀ? ਲੈ ਕੇ ਆਉਣਾ ਪਊਗਾ, ਕਿਉਂਕਿ ਇਹ ਸਭ ਤੋਂ ਮੁੱਖ ਵਾਅਦਾ ਇਸ ਵੇਲੇ ਭਗਵੰਤ ਮਾਨ ਦੀ ਸਰਕਾਰ ਦਾ ਸਭ ਤੋਂ ਵੱਡਾ ਵਾਅਦਾ, ਜਿਹੜਾ ਹੋਰ ਵੀ ਕਈ ਆ ਪਰ ਇਹ ਵਾਅਦਾ ਵੀ ਹੈਗਾ ਛੋਟਾ ਨਹੀਂ, ਕਿ ਪੰਜਾਬ ਦੇ ਵਿੱਚ ਅਸੀਂ ਸਿੱਖਿਆ ਢਾਂਚੇ ਨੂੰ ਠੀਕ ਕਰਾਂਗੇ। ਮੈਨੂੰ ਕੱਲੀ ਗੱਲ ਚੇਤੇ ਆ ਜਦੋਂ ਮਨੀਸ਼ ਸਿਸੋਦੀਆ ਨੇ ਇਹ ਗੱਲ ਕਹੀ ਸੀ ਕਿ ਸਾਡੇ ਸਕੂਲ ਆ ਕੇ ਪ੍ਰਗਟ ਸਿੰਘ ਹੋਰੀ ਦੇਖ ਲੈਣ, ਤੇ ਪ੍ਰਗਟ ਸਿੰਘ ਹੋਰੀ ਸਾਨੂੰ ਆਪਣੇ ਸਕੂਲ ਦਿਖਾ ਰਹੇ। ਬਾਅਦ ਦੇ ਵਿੱਚ ਰੌਲਾ ਪਤਾ ਕੀ ਪਿਆ ਸੀ ਵੀ ਤੁਸੀਂ ਸਾਨੂੰ ਬਿਨਾਂ ਦੱਸੇ ਆ ਗਏ, ਮਨੀਸ਼ ਸਿਸੋਦੀਆ ਹੋਰੀ ਬਿਨਾਂ ਦੱਸੇ ਪੰਜਾਬ ਦੇ ਸਕੂਲਾਂ 'ਚ ਕਿਉਂ ਆ ਗਏ ਆ। ਖਬਰਾਂ ਇਹ ਵੀ ਆਈਆਂ ਸੀ ਵੀ ਉੱਥੇ ਸਕੂਲੀ ਅਧਿਆਪਕਾਂ ਨੂੰ ਕਹਿ ਦਿੱਤਾ ਗਿਆ ਵੀ ਜੇਕਰ ਤੁਹਾਡੇ ਸਕੂਲ ਦੇ ਵਿੱਚ ਕੋਈ ਵੜੇ ਤਾਂ ਅੰਦਰੋਂ ਜਿੰਦੇ ਲਾ ਲਓ, ਅੰਦਰੋਂ ਗੇਟ ਲਾ ਲਓ, ਤੇ ਉੱਤਰ ਇਹ ਦਿੱਤਾ ਗਿਆ ਸੀ ਕਿਤੇ ਬੱਚਿਆਂ ਨੂੰ ਕਰੋਨਾ ਨਾ ਹੋ ਜੇ। ਠੇਕੇ ਤੇ ਖੜਿਆਂ ਨੂੰ ਕਰੋਨਾ ਨਹੀਂ ਹੁੰਦਾ, ਰੇਲਵੇ ਸਟੇਸ਼ਨ ਤੇ ਗਿਆ ਨੂੰ ਕਰੋਨਾ ਨਹੀਂ ਹੁੰਦਾ, ਉਧਰੋਂ ਛਾਪਾ ਪੈਂਦਾ ਇਸ ਕਰਕੇ ਕਰੋਨਾ ਹੋ ਜਾਂਦਾ। ਸੋ ਭਗਵੰਤ ਮਾਨ ਸਰਕਾਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਸਿੱਖਿਆ ਢਾਂਚੇ ਨੂੰ ਦਰੁਸਤ ਕਰੇ, ਤੇ ਸਿੱਖਿਆ ਢਾਂਚੇ ਨੂੰ ਜੇਕਰ ਦਰੁਸਤ ਕੀਤਾ ਜਾਊਗਾ ਪੰਜਾਬ ਦੇ ਕਾਫੀ ਵੱਡੇ ਮਸਲਿਆਂ ਦੇ ਵਿੱਚੋਂ ਇੱਕ ਇਹ ਵੀ ਹੈ ਜੀ। ਇੱਕ ਬੰਦਾ ਸੀ ਟੈਣਾ ਸਾਹਿਬ, ਉਹਦਾ ਚਲਾਨ ਹੋ ਗਿਆ 700 ਰੁਪਏ ਦਾ, ਫਿਰ ਕਹਿੰਦੇ ਕਿ ਤੁਸੀਂ 800 ਰੁਪਇਆ ਦੇਣਾ। ਗੱਲ ਕਰਦੇ ਕਹਿੰਦੇ ਹੁਣ ਇੱਥੇ ਪਹੁੰਚ ਗਈ ਹੈ ਕਿ ਪੁਲਿਸ ਵਾਲਿਆਂ ਦੇ ਉੱਪਰ ਭ੍ਰਿਸ਼ਟਾਚਾਰ ਜਿਹੜੇ ਕਰਦੇ ਆ ਉਹਨਾਂ ਦੇ ਉੱਪਰ ਕੱਸਣਾ ਸ਼ਿਕੰਜਾ। ਪਤਾ ਨਹੀਂ ਕਿੰਨਾ ਸਹੀ ਹੈ ਕਿੰਨਾ ਕਿ ਨਹੀਂ, ਵੈਸੇ ਤਾਂ ਹਰ ਇੱਕ ਦਫ਼ਤਰ ਦੇ ਵਿੱਚ ਇਦਾਂ ਦਾ ਲਗਭਗ ਚੱਲਦਾ ਹੈ, ਕਿਉਂਕਿ ਕੋਈ ਰਜਿਸਟਰੀ ਕਰਾਉਣ ਜਾਂਦਾ ਹੈ ਤੇ ਉੱਪਰੋਂ ਕਹਿੰਦੇ ਕੋਈ 10,000 ਦੇ ਦਿਓ। ਇੱਥੇ ਤਾਂ ਪਤਾ ਲੱਗਿਆ ਕਿ ਕਈ ਮੰਤਰੀ ਕੈਬਨਿਟ ਇਸ ਤਰ੍ਹਾਂ ਦੇ ਸੀਗੇ, ਉਹਨਾਂ ਦੇ ਬਿਲਕੁਲ ਕਰੀਬੀ ਹੈ, 5-5 ਤਾਂ ਨਹੀਂ ਤਾਂ ਲੈਂਦੇ ਸੀਗੇ। ਇੱਕ ਵਿਧਾਇਕ ਨੇ, ਕਾਂਗਰਸੀ ਵਿਧਾਇਕ ਨੇ ਜੀ, ਕੁਝ ਕਵਰੇ ਪਹਿਲਾਂ ਕਾਂਗਰਸ ਦੇ ਵਿਧਾਇਕ ਨੇ ਕੈਪਟਨ ਦੇ ਰਾਜ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਇੱਕ ਤਹਿਸੀਲਦਾਰ ਨੂੰ ਫੋਨ ਕੀਤਾ, ਮੈਂ ਕਿਹਾ ਜੀ ਕਿ ਇੱਕ ਸਾਡਾ ਬਹੁਤ ਨੇੜਲਾ ਇਹਦੀ ਰਜਿਸਟਰੀ ਕਰ ਦਿਓ ਜੀ। ਉਹਨੇ ਫਿਰ ਵੀ 10,000 ਰੁਪਇਆ ਲੈ ਲਿਆ। ਉਹ ਕਹਿੰਦਾ ਜੀ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ, ਉਹ ਕਹਿੰਦੇ ਐਮਐਲਏ ਸਾਹਿਬ ਨੇ ਭੇਜਿਆ ਤਾਂ ਕਰਕੇ 10 ਲਿਆ, ਉਹਦਾ 20 ਲੈਣੇ ਹੁੰਦੇ ਆ। ਨੰਗੇ ਚਿੱਟੇ ਤੌਰ ਦੇ ਉੱਤੇ ਪੈਸੇ ਮੰਗੇ ਗਏ। ਮੈਂ ਨਹੀਂ ਕਹਿੰਦਾ ਸਾਰੇ ਤਹਿਸੀਲਦਾਰ ਗਲਤ ਆ, ਪਰ ਕੁਝ ਕੁ ਲੋਕ ਤਾਂ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੀ ਪਛਾਣ ਕਰਨੀ ਪਊਗੀ। ਹਰ ਖੇਤਰ ਦੇ ਵਿੱਚ ਕਾਲੀਆਂ ਭੇਡਾਂ ਹੈਗੀਆਂ, ਉਹਨਾਂ ਦੀ ਪਰਖ ਕਰਕੇ ਉਹਨਾਂ ਨੂੰ ਨਿਖੇੜਨਾ ਪਊਗਾ। ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਪਊਗਾ ਤੇ ਨੁਕਰੇ ਲਾਉਣੇ ਪੈਣਗੇ ਉਹ ਲੋਕ ਜਿਹੜੇ ਤਨਖਾਹ ਨੂੰ ਭੱਤਾ ਸਮਝਣ ਲੱਗੇ, ਉਤਲੀ ਕਮਾਈ ਨੂੰ ਤਨਖਾਹ ਮੰਨਦੇ ਆ। ਭੇਡਾਂ ਹੈਗਾ, ਬੱਕਰੀ ਨਾ ਗੁੱਸਾ ਕਰਦੇ। ਟੈਣਾ ਸਾਹਿਬ ਇਸ ਚੀਜ਼ ਦਾ ਖਿਆਲ ਰੱਖਿਓ ਕਿਉਂਕਿ ਹੁਣ ਰੌਲਾ ਬਹੁਤ ਪੈ ਗਿਆ, ਬਹੁਤ ਖਤਮ ਹੋ ਗਿਆ। ਆਖਿਰ ਦੇ ਵਿੱਚ ਟੈਣਾ ਸਾਹਿਬ ਇੱਕ ਗੱਲ ਹੋਰ ਕਰਨੀ ਹੈ, ਨੌਜਵਾਨਾਂ ਦੀਆਂ ਸਮੱਸਿਆਵਾਂ ਦੀ ਆਪਾਂ ਗੱਲ ਕਰ ਲਈਏ, ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ। ਲੋਕ ਆਧਾਰ ਕਾਰਡ ਤੇ ਨਾਮ ਚੇਂਜ ਕਰਾਉਣਾ ਉਹਦੀ ਸਮੱਸਿਆ ਹੈ, ਪੈਨ ਕਾਰਡ ਬਣਾਉਣਾ ਉਹਦੀ ਸਮੱਸਿਆ ਹੈ। ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਚੀਜ਼ ਤਾਂ ਚੰਗੀ ਕੀਤੀ ਸੀ ਕਿ ਆਪਾਂ ਕੁਝ ਕੁ ਥਾਵਾਂ ਤੇ ਕੇਂਦਰ ਖੋਲ੍ਹ ਦਿੰਦੇ ਹਾਂ ਜਿੱਥੇ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ, ਪਰ ਅਗਲੀ ਸਰਕਾਰ ਰਾਹੀਂ ਉਹਨੇ ਬੰਦ ਕਰ ਦਿੱਤਾ। ਸਮਾਨ ਸਾਰਾ ਕੁਝ ਜੰਗ ਦੇ ਨਾਲ ਸੜ ਗਿਆ। ਇਸ ਤਰ੍ਹਾਂ ਦੀ ਸ਼ੁਰੂਆਤ ਇੱਕ ਲੋਕ ਚਾਹੁੰਦੇ ਨੇ, ਮੈਨੂੰ ਲੱਗਦਾ। ਦੇਖੋ ਲੋਕ ਚਾਹੁੰਦੇ ਆ, ਇਸ ਚਾਹੁੰਦੇ ਹੋਈ ਗੱਲ ਨੂੰ ਸਰਕਾਰ ਨੇ, ਵਰਤਮਾਨ ਨੇ ਪੂਰੀ ਕਰਨ ਦੇ ਵੱਲ ਕਿੰਨੇ ਕੁ ਕਦਮ ਪੁੱਟਣੇ ਆ ਇਹ ਸਮਾਂ ਬਿਆਨ ਕਰੂਗਾ। ਇਸ ਵੇਲੇ ਆਪਾਂ ਕੋਈ ਭਵਿੱਖਬਾਣੀ ਨਹੀਂ ਕਰ ਸਕਦੇ, ਇਹ ਉਲਾਰਵਾਦੀ ਗੱਲ ਹੋਊਗੀ। ਜਿਹੜੇ ਸੱਜਣ ਅੱਜ ਤੋਂ ਹੀ ਸਵਾਲ ਕਰ ਰਹੇ ਲੈ ਇਹਨਾਂ ਲਈ ਕੰਮ ਔਖਾ, ਆਪਾਂ ਇਹ ਵੀ ਨਹੀਂ ਕਹਿ ਸਕਦੇ।
ਇਹਨਾਂ ਲਈ ਕੰਮ ਬਹੁਤ ਸੌਖਾ ਤੇ ਆਪਾਂ ਇਸ ਚੱਕਰ 'ਚ ਵੀ ਨਹੀਂ ਪੈਂਦੇ। ਉਹਨਾਂ ਨੂੰ ਪਰਖਣ ਦਾ ਨਹੀਂ ਆ ਵੇਲਾ, ਉਹਨਾਂ ਨੂੰ ਕੰਮ ਕਰਨ ਦਿਓ, ਉਹਨਾਂ ਦੇ ਉੱਤੇ ਬਾਜ਼ ਅੱਖ ਰੱਖੋ। ਜਿਨ੍ਹਾਂ ਨੂੰ ਚੁਣਿਆ ਉਹਨਾਂ ਦੇ ਉੱਤੇ ਨਿਗਾਹ ਰੱਖਣੀ ਚਾਹੀਦੀ ਆ ਵੀ ਕੀ ਉਹ ਠੀਕ ਕੰਮ ਕਰਦੇ ਆ, ਜਿਹੜੇ ਮਨਸ਼ੇ ਤਹਿਤ ਉਹਨਾਂ ਨੂੰ ਬਦਲਿਆ ਗਿਆ ਕੀ ਉਹ ਤੁਹਾਡੀਆਂ ਉਮੀਦਾਂ ਨੂੰ ਬੂਰ ਲਾਉਂਦੇ ਆ। ਬਹੁਤ ਸਾਰੀਆਂ ਇਮਾਰਤਾਂ ਪੰਜਾਬ ਦੇ ਵਿੱਚ ਖੰਡਰ ਬਣ ਗਈਆਂ, ਸੁਵਿਧਾ ਸੈਂਟਰ ਆ ਜਿਹੜੇ ਸੇਵਾ ਕੇਂਦਰ ਕਈ ਥਾਵਾਂ ਤੇ ਖੰਡਰ ਬਣੇ ਮੈਂ ਦੇਖੇ ਆ। ਉਹਨਾਂ 'ਚ ਕਬੂਤਰ ਰਹਿੰਦੇ ਜਾਂ ਉਹਨਾਂ ਦੇ ਵਿੱਚ ਅਵਾਰਾ ਪਸ਼ੂ ਰਹਿੰਦੇ ਅੱਜ ਕੱਲ੍ਹ, ਤੇ ਜਾਂ ਫਿਰ ਜਿਨ੍ਹਾਂ ਨੇ ਨਸ਼ੇ ਵਾਲੇ ਟੀਕੇ ਲਾਉਣੇ ਆ ਉਸ ਥਾਂ ਦੇ ਉੱਤੇ ਜਾਂਦਾ ਕੋਈ ਨਹੀਂ, ਉਹ ਆਪਦਾ ਕੰਮ ਕਰਕੇ ਜਾਂਦੇ ਆ। ਦੁੱਖ ਇਸ ਗੱਲ ਦਾ ਪੰਜਾਬ ਦੇ ਵਿੱਚੋਂ ਨਸ਼ਾ ਮੁਕਾਉਣਾ ਪਊਗਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਸੁਹਿਰਦ ਹੋਣਾ ਪਊਗਾ। ਕੱਲੀਆਂ ਸਰਕਾਰਾਂ ਨਹੀਂ, ਆਪ ਵੀ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਉਦਮ ਕਰਨੇ ਪੈਣਗੇ। ਸੋ ਸਾਰੇ ਰਲ ਮਿਲ ਕੇ ਜੇਕਰ ਕੰਮ ਕਰਨਗੇ, ਹਮਲਾ ਮਾਰਨਗੇ ਤਾਂ ਪੰਜਾਬ ਦਾ ਕੁਝ ਸੰਭਲ ਸਕਦਾ ਜੀ। ਨਹੀਂ, ਗੱਲ ਬਿਲਕੁਲ ਠੀਕ ਹੈ ਸੈਣਾ ਸਾਹਿਬ, ਕਿਉਂਕਿ ਅੱਜ ਕੱਲ੍ਹ ਇੱਥੇ ਗੱਲ ਆ ਕੇ ਰੁਕ ਗਈ ਹੈ। ਜੇਕਰ ਸਾਰੇ ਮਿਲ ਕੇ ਚੱਲਣਗੇ, ਸਰਕਾਰ ਮਿਲ ਕੇ ਚਲਾਉਣਗੇ, ਸਰਕਾਰ ਨੂੰ ਚੱਲਣ ਦੇਣਾ ਚਾਹੀਦਾ। ਲੋਕਾਂ ਨੂੰ ਪਹਿਲਾਂ ਉਂਗਲੀਆਂ ਖੜੀਆਂ ਨਹੀਂ ਕਰਨੀਆਂ ਚਾਹੀਦੀਆਂ। ਕੱਲ ਦੇ ਭਗਵੰਤ ਮਾਨ ਦੇ ਉੱਪਰ ਉਂਗਲੀਆਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤਾ। ਮੈਨੂੰ ਲੱਗਦਾ ਹੈ ਕਿ 6 ਮਹੀਨੇ ਲੋਕਾਂ ਨੂੰ ਦੇ ਕੇ ਦੇਖਣਾ ਚਾਹੀਦਾ। 72 ਸਾਲਾਂ ਤੋਂ ਮੌਕਾ ਦਿੰਦੇ ਹੀ ਪਏ ਆ। ਬਿਲਕੁਲ ਸਹੀ ਗੱਲ ਆ, ਪਰ ਅੱਜ ਹੀ ਆਪਾਂ ਕਹਿ ਰਹੇ ਅਸਲ ਦੇ ਵਿੱਚ ਨਾ ਕਈ ਨਜਾਇਜ਼ ਹੀ ਤੂੰ ਕੌਣ ਮੈਂ ਖਾਮਖਾ ਵਾਲੀ ਗੱਲ ਬਣ ਜਾਂਦੀ ਆ ਵੀ ਭਾਈ ਆਪਾਂ ਪਹਿਲਾਂ ਗਾਲਾਂ ਕੱਢਦੇ ਰਹੇ। ਬਹੁਤ ਸਾਰੇ ਲੋਕਾਂ ਨਾਲ ਮੈਨੂੰ ਇਹ ਗੱਲ ਮਾੜੀ ਲੱਗਦੀ ਸੀ ਕਿ ਆਖੇ ਭਗਵੰਤ ਮਾਨ ਤਾਂ ਆਹ ਕੁਝ ਕਰਦਾ, ਭਗਵੰਤ ਮਾਨ ਆਹ ਕੁਝ ਕਰਦਾ। ਆਪਾਂ ਨਿੱਜੀ ਜ਼ਿੰਦਗੀ ਦੇ ਵੱਲ ਵੇਹਨੇ ਕਿਉਂ ਆ? ਨਿੱਜੀ ਜ਼ਿੰਦਗੀ ਦਾ ਮਸਲਾ ਅਸੀਂ ਵਿਚਾਰਦੇ ਕਿਉਂ ਆ? ਆਪਾਂ ਗੱਲ ਕਰਕੇ ਵੀ ਕੰਮ ਕੀ ਕੀਤੇ ਆ, ਚੁਣੇ ਹੋਏ ਨੁਮਾਇੰਦੇ ਨੇ ਕੀ ਕੰਮ ਕਰਕੇ ਦਿਖਾਇਆ, ਉਹਨੇ ਆਹ ਕੰਮ ਕਿਉਂ ਨਹੀਂ ਕੀਤਾ, ਉਹਦਾ ਫਰਜ਼ ਬਣਦਾ ਸੀ ਆਹ ਕੰਮ ਕਰਨ ਦਾ, ਉਹਨੂੰ ਸਵਾਲ ਕਰਗੇ। ਸੋ ਮੈਨੂੰ ਲੱਗਦਾ ਜੀ ਕਿ ਐਤਕੀ ਬਹੁਤ ਸਾਰੇ ਕੰਮ ਹੋਣਗੇ ਤੇ ਹੋਣੇ ਵੀ ਚਾਹੀਦੇ ਆ, ਨਾ ਹੋਏ ਤਾਂ ਬਦਲਿਆ ਵੀ ਜਾ ਸਕਦਾ। ਉਸ ਤੋਂ ਅਗਲੀ ਗੱਲ ਇਹ ਆ ਵੀ ਸਾਰੇ ਜਾਣੇ ਫਿਰ ਉੱਥੇ ਗੱਲ ਮੁੱਕਦੀ ਹੈ ਕਿ ਹਮਲਾ ਮਾਰਿਆ ਜਾਵੇ। ਜੇ ਅੱਜ ਅਕਾਲੀ ਦਲ ਦੇ 3 ਹੀ ਉਮੀਦਵਾਰ ਜਿੱਤੇ ਆ ਤਾਂ ਉਹਨਾਂ ਨੂੰ ਆਮ ਨਾਲੋਂ ਵੱਧ ਸੋਚਣਾ ਚਾਹੀਦਾ। ਜੇ ਕਾਂਗਰਸ 17-18 ਦੇ ਉੱਤੇ ਸਿਮਟ ਕੇ ਰਹਿ ਗਈ, 17 ਤੋਂ ਥੱਲੇ ਇੰਨਾ ਆਈ ਹੈ, ਬਿਲਕੁਲ ਲੋਕਾਂ ਦੇ ਨੱਕੋ ਮੂੰਹੋਂ ਲੈ ਗਈ ਆ। ਉਹਨਾਂ ਨੂੰ ਕੁਝ ਨਾ ਕੁਝ ਸੋਚਣਾ ਪਊਗਾ ਵੀ ਤੁਹਾਡੇ ਵਿੱਚ ਕਮੀਆਂ ਪੇਸ਼ੀਆਂ ਕਿੱਥੇ ਆ। ਨਹੀਂ ਤਾਂ ਫਿਰ ਗੱਲ ਇਹ ਆ ਵੀ ਇੱਕ ਦੂਜੇ ਉੱਤੇ ਦੋਸ਼ ਮੜੀ ਚੱਲੋ ਵੀ ਅਸੀਂ ਤਾਂ ਆਹ ਕੀਤਾ ਸੀ, ਅਸੀਂ ਆਹ ਕੀਤਾ ਸੀ, ਸਾਡੀ ਪੇਸ਼ਕਾਰੀ ਨਹੀਂ ਸਹੀ ਹੋਈ। ਬਥੇਰੀ ਪੇਸ਼ਕਾਰੀ ਆਪ ਜੀ ਨੇ ਕੀਤੀ ਆ, ਲੋਕਾਂ ਦਾ ਬਹੁਤ ਚਿੱਤ ਲਾ ਕੇ ਰੱਖਿਆ ਆਪ ਜੀ ਨੇ। ਨਹੀਂ, ਗੱਲ ਤਾਂ ਟੈਣਾ ਸਾਹਿਬ ਬਿਲਕੁਲ ਠੀਕ ਹੈ, ਕਿਉਂਕਿ ਲੋਕਾਂ ਦੀਆਂ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਨੂੰ ਹੱਲ ਕਰਨ ਦਾ ਯਤਨ ਪਹਿਲੀ ਸਰਕਾਰ ਨੇ ਕੀਤਾ। ਮੈਂ ਨਹੀਂ ਕਹੂੰਗਾ ਨਹੀਂ ਕੀਤਾ, ਯਤਨ ਪੂਰਾ ਕੀਤਾ, ਉਹ ਵੱਖਰੀ ਗੱਲ ਹੋਈਆਂ ਨਹੀਂ। ਇੰਨੇ ਲੰਬੇ ਵਾਅਦੇ ਕੀਤੇ, ਵੱਡੇ ਵਾਅਦੇ ਕੀਤੇ, ਦਾਅਵੇ ਕੀਤੇ ਆ। 111 ਦਿਨ ਦੀ ਸਰਕਾਰ ਸੀ, 4.5 ਸਾਲ ਪਹਿਲਾਂ ਖਰਾਬ ਕਰ ਦਿੱਤਾ। ਲੱਗਦਾ ਤੇ ਇਹੀ ਹੈ ਕਿ ਹੁਣ ਸਾਰਾ ਕੁਝ ਠੀਕ ਹੋ ਜਾਏਗਾ। ਆਖਰ ਵਿੱਚ ਫਿਰ ਕੀ ਕਹਿਣਾ ਦੱਸੋ? ਦੇਖੋ, ਮੈਂ ਤਾਂ ਤੁਸੀਂ ਕਹਿੰਦੇ ਆ ਵੀ ਭਾਈ ਯਤਨ ਤਾਂ ਕੀਤੇ ਆ, ਯਤਨ ਦਾ ਕੋਈ ਨਤੀਜਾ ਵੀ ਤਾਂ ਆਵੇ ਨਾ। ਮੈਂ ਕਹਾਂ ਵੀ ਇੱਥੇ ਬੈਠ ਕੇ ਮੈਂ ਪ੍ਰੋਗਰਾਮ ਤਾਂ ਨਹੀਂ ਕਰ ਸਕਿਆ, ਪਰ ਮੈਂ ਕੋਸ਼ਿਸ਼ਾਂ ਬਹੁਤ ਕੀਤੀਆਂ। ਅੱਜ ਮੈਂ ਕੈਮਰੇ ਮੂਹਰੇ ਬਹਿਣ ਤੋਂ ਪਹਿਲਾਂ ਕੋਸ਼ਿਸ਼ਾਂ ਕਰੀ ਗਿਆ। ਮੈਂ ਉਹ ਕੋਈ ਤੁਕ ਥੋੜੀ ਬਣਦੀ ਹੈ। ਅਗਲੀ ਗੱਲ ਇਹ ਆ ਵੀ ਇਹ ਤਾਂ ਬਿਲਕੁਲ ਉਦਾਹਰਨ ਵਾਲੀ ਗੱਲ ਆ ਵੀ ਇੱਕ ਵਾਰੀ ਨਾ ਜੰਗਲ ਦੇ ਵਿੱਚ ਜਿਹੜੇ ਪਸ਼ੂ ਰਹਿੰਦੇ, ਜਾਨਵਰ ਰਹਿੰਦੇ ਆ, ਉਹਨਾਂ ਨੇ ਬਾਂਦਰ ਨੂੰ ਆਪਣਾ ਨੇਤਾ ਚੁਣ ਲਿਆ, ਉਹਨਾਂ ਨੇ ਬਾਂਦਰ ਨੂੰ ਅਗਵਾਈ ਲਈ ਚੁਣ ਲਿਆ। ਤੇ ਇੱਕ ਕਹਿੰਦੇ ਬੱਕਰੀ ਦੇ ਲੇਲੇ ਖਾ ਗਿਆ ਸ਼ੇਰ, ਤੇ ਉਹ ਉੱਥੇ ਗਈ, ਉਹ ਕਰੀ ਜੀ ਮੇਰੇ ਲੇਲੇ ਖਾ ਗਿਆ ਸ਼ੇਰ, ਉਹਦੇ ਤੇ ਕਾਰਵਾਈ ਕਰੋ। ਉਹ ਕਹਿੰਦਾ ਖੜ 2 ਮਿੰਟ, ਮਾਰੀ ਛਾਲ ਸਫੈਦੇ ਤੇ, ਸਫੈਦੇ ਤੋਂ ਮਾਰੀ ਛਾਲ ਟਾਲੀ ਤੇ, ਟਾਲੀ ਤੋਂ ਮਾਰੀ ਛਾਲ ਬੋੜ ਤੇ, ਬੋੜ ਤੋਂ ਮਾਰੀ ਛਾਲ ਕਿੱਕਰ ਤੇ। ਐਂ 15-20 ਮਿੰਟ ਛਾਲਾ ਛੂਲਾ ਮਾਰ ਕੇ ਆ ਗਿਆ। ਉਹ ਕਹਿੰਦੀ ਕੀ ਬਣਿਆ? ਕਹਿੰਦਾ ਦੇਖੋ ਆਪਾਂ ਭੱਜ ਨੱਠ 'ਚ ਕਸਰ ਕੋਈ ਨਹੀਂ ਛੱਡੀ, ਆਪਾਂ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ। ਇਹ ਕੱਲੀ ਕਸਰ ਹੀ ਨਹੀਂ ਛੱਡੀ ਉਹਨਾਂ ਨੇ ਗੱਲਾਂ ਕਰਨ ਦੇ ਵਿੱਚ, ਬਿਆਨ ਦੇਣ ਦੇ ਵਿੱਚ ਹੀ ਨਹੀਂ ਕਸਰ ਛੱਡੀ, ਤੇ ਫਿਰ ਲੋਕਾਂ ਨੇ ਵੀ ਕਸਰ ਨਹੀਂ ਛੱਡੀ ਕਿ ਧੋਬੀ ਪਟਕਾ ਲਵਾਉਣ ਦੇ ਲਈ। ਘੁੰਮ ਘੁਮਾ ਕੇ ਟਹਿਣਾ ਸਾਹਿਬ ਗੱਲ ਬੱਕਰੀ ਤੇ ਆ ਕੇ ਰੁਕ ਜਾਂਦੀ। ਦੇ ਲਓ ਤੁਸੀਂ ਇਹਦੇ ਵਿੱਚ ਵੀ ਬੱਕਰੀ ਲਏ, ਪਰ ਕੀ ਗੱਲ ਕਰਦੇ ਹੋ ਜੀ। ਟਹਿਣਾ ਸਾਹਿਬ ਬਹੁਤ ਧੰਨਵਾਦ, ਤੁਸੀਂ ਸਾਰੇ ਮਸਲੇ ਪੰਜਾਬ ਦੇ ਜਿੰਨੇ ਵੀ ਆ ਉੱਤੇ ਚਰਚਾ ਕੀਤੀ, ਬਹੁਤ ਮਿਹਰਬਾਨੀ। ਸੋ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਤੁਹਾਨੂੰ ਇਹ ਜ਼ਰੂਰ ਪਸੰਦ ਆਇਆ ਹੋਣਾ। ਪੰਜਾਬ ਦੀਆਂ ਇਸ ਵੇਲੇ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉਹਦੇ ਵਿੱਚ ਪਹਿਲੇ ਨੰਬਰ ਤੇ ਜੇਕਰ ਗਿਣੀਏ ਤੇ ਨਸ਼ਿਆਂ ਦੀ ਆ, ਕਿਉਂਕਿ ਨੌਜਵਾਨੀ ਪੀੜ੍ਹੀ ਨਸਲਾਂ ਤੇ ਫਸਲਾਂ ਬਰਬਾਦ ਹੋ ਰਹੀਆਂ ਨੇ, ਇਹਨਾਂ ਨੂੰ ਬਚਾਉਣ ਦੀ ਜ਼ਰੂਰਤ ਹੈ। ਸਰਕਾਰਾਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਅਸੀਂ ਸਾਰਾ ਕੁਝ ਕੀਤਾ ਹੈ, ਸਰਕਾਰਾਂ ਨੇ ਦਾਅਵਾ ਕੀਤਾ ਕਿ ਅਸੀਂ ਲੱਕ ਤੋੜ ਕੇ ਰੱਖ ਦਿੱਤਾ ਨਸ਼ਿਆਂ ਦਾ, ਪਰ ਟੁੱਟੇ ਲੱਕ ਦੇ ਉੱਪਰ ਬੈਲਟ ਲੱਗ ਜਾਂਦੀ ਹੈ। ਨਸ਼ਿਆਂ ਨੂੰ ਜੜੋਂ ਖਤਮ ਕਰਨ ਦੀ ਜ਼ਰੂਰਤ ਹੈ। ਇਹ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਪੈਣਾ, ਕਿਉਂਕਿ ਗੁਆਂਢ ਦੇ ਵਿੱਚ ਕੌਣ ਕੀ ਕਰਦਾ ਇਹ ਸਭ ਨੂੰ ਪਤਾ ਹੁੰਦਾ ਹੈ, ਤੇ ਮਾਵਾਂ ਨੂੰ ਆਪਣੇ ਪੁੱਤ ਪਿਆਰੇ ਹੁੰਦੇ ਹੀ ਹੈ। ਦੂਸਰੇ ਪਾਸੇ ਜੇਕਰ ਕੋਈ ਕਹਿੰਦਾ ਤਾਂ ਲੜਾਈ ਝਗੜਾ ਹੋਣ ਲੱਗ ਪੈਂਦਾ ਹੈ। ਕਿਹੜੀ ਥਾਂ ਤੋਂ ਤੁਸੀਂ ਬੋਲਦੇ ਸੀਗੇ, ਕਿਹੜੀ ਥਾਂ ਤੋਂ ਤੁਸੀਂ ਨਾਲ ਜੁੜੇ ਸੀਗੇ, ਤੁਹਾਡੀਆਂ ਗੱਲਾਂ ਕੁਝ ਕੁ ਸ਼ਾਮਲ ਕੀਤੀਆਂ, ਕੁਝ ਕੁ ਨਹੀਂ ਕਰ ਸਕੇ, ਪਰ ਫਿਰ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੇ ਮੁੱਦੇ ਤੁਹਾਨੂੰ ਲੱਗਦੇ ਆ ਪੰਜਾਬ ਦੇ ਵਿੱਚ ਇਸ ਵੇਲੇ ਹੈਗੇ ਆ। ਕੋਸ਼ਿਸ਼ ਕਰਾਂਗੇ ਕਿ ਅਗਲੇ ਪ੍ਰੋਗਰਾਮ ਵਿੱਚ ਉਹਨਾਂ ਮੁੱਦਿਆਂ ਨੂੰ ਅਸੀਂ ਜ਼ਰੂਰ ਲਈਏ। ਹੁਣ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ। ਮੈਨੂੰ ਨਵਜੀਤ ਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਹਿਣਾ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।